मैनूं वो जो दस दी। चल ओके सर। ਤਾਂ ਜੋ 11th ਸਟੈਂਡਰਡ ਦੇ ਵਿੱਚ ਬੇਟਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਫਿਜ਼ੀਕਲ ਵਰਲਡ ਚੈਪਟਰ ਹੈਗਾ 11th ਦਾ, that is the first chapter of physics in 11th। ਓਕੇ ਤੇ ਜਿਹੜੇ ਲੇਕਿਨ ਉਹ ਚੈਪਟਰ ਜੋ ਹੈ ਨਾ ਉਹ ਜ਼ਿਆਦਾ ਇੰਪੋਰਟੈਂਟ ਚੈਪਟਰਸ ਨਹੀਂ ਹੈ, ਬਿਕੋਜ਼ ਉਹਦੇ ਵਿੱਚੋਂ ਕਦੇ ਕੋਈ ਕੁਐਸਚਨ ਨਹੀਂ ਆਉਂਦੇ। ਉਹ ਸਿੰਪਲ ਇੱਕ ਇੰਟਰੋਡਕਸ਼ਨ ਜੀ ਹੈ ਵੀ ਕਿਵੇਂ ਫਿਜ਼ਿਕਸ ਕੀ ਹੁੰਦੀ ਹੈ ਤੇ ਗੱਲਾਂ ਬਾਤਾਂ ਜੀਆਂ ਕੀਤੀਆਂ ਹੋਈਆਂ। ਆਪਾਂ ਉਹ ਚੀਜ਼ ਮਤਲਬ ਅੱਜ ਮੈਂ ਤੁਹਾਨੂੰ ਕਰਵਾਉਂਗਾ, ਇੰਨਾ ਕਰਵਾਉਂਗਾ ਕਿ ਤੁਸੀਂ ਯੂਨਿਟ ਐਂਡ ਡਾਇਮੈਂਸ਼ਨਸ ਤੱਕ ਆਪਾਂ ਪਹੁੰਚ ਜਾਾਂਗੇ। ਬਾਈ ਟੁਮਾਰੋ ਵੀ ਵੁੱਡ ਬੀ ਏਬਲ ਟੂ ਸਟਾਰਟ ਅਵਰ ਚੈਪਟਰ ਨੰਬਰ 1 ਐਕਚੁਅਲੀ। ਠੀਕ ਹੈ, ਇਹਨੂੰ ਤਾਂ ਆਪਾਂ 0 ਚੈਪਟਰ ਕਵਾਂਗੇ। ਚੈਪਟਰ ਨੰਬਰ 1 ਆਪਾਂ ਐਕਚੁਅਲ ਚ ਕੱਲ ਸਟਾਰਟ ਕਰ ਦਿਆਂਗੇ। ਉਦੋਂ ਤੱਕ ਆਪਾਂ ਮਤਲਬ ਦਿਸ ਵਿਲ ਬੀ ਅਵਰ ਫਸਟ ਲੈਕਚਰ। ਹੁਣ ਦੇਖਦੇ ਹਾਂ ਆਪਾਂ। ਹੁਣ ਦੇਖੋ ਬੇਟਾ ਜਿਹੜੀ ਫਿਜ਼ਿਕਸ ਹੈ, ਸਭ ਤੋਂ ਪਹਿਲਾਂ ਤਾਂ 10th ਕਲਾਸ ਤੇ 11th ਕਲਾਸ ਦੇ ਵਿੱਚ ਆਪਣੇ ਕੋਲੇ ਕੀ ਚੇਂਜਸ ਕੀ ਨੇ, ਆਪਾਂ ਮੈਂ ਤੈਨੂੰ ਉਹ ਕਨਵੇ ਕਰ ਦਿੰਦਾ ਵੀ ਆਪਣੇ ਪੜ੍ਹਨ ਦੇ ਸਟਾਈਲ 'ਚ ਕੀ ਚੇਂਜ ਹੋ ਜਾਊਗਾ, ਟੀਚਰ ਕਿਵੇਂ ਪੜ੍ਹਾਉਣਗੇ, ਕਿਤਾਬਾਂ ਦੇ ਵਿੱਚ ਕੀ ਕੀ ਚੀਜ਼ਾਂ ਚੇਂਜ ਹੋਣਗੀਆਂ। ਪਹਿਲੀ ਗੱਲ 10th ਦੇ ਵਿੱਚ ਬੇਟਾ ਪਹਿਲੀ ਗੱਲ ਤਾਂ ਨਾ ਇੱਕ ਆਪਣੇ ਕੋਲੇ ਜਿਹੜਾ ਸਿਲੇਬਸ ਹੁੰਦਾ ਲਿਮਿਟਡ ਸਿਲੇਬਸ ਹੁੰਦਾ ਹੈ। ਜਿਹੜੇ ਇਹਦੇ ਵਿੱਚ ਤੁਸੀਂ ਕੁਐਸਚਨਸ ਕਰਨੇ ਹੁੰਦੇ ਆ, ਇਹ ਸਾਰੇ ਕੁਐਸਚਨਸ ਤੁਹਾਡੀ ਬੁੱਕ ਦੇ ਵਿੱਚ ਗਿਵਨ ਹੁੰਦੇ ਆ। ਉਹ ਤੋਂ ਬਾਹਰ ਤੁਹਾਨੂੰ ਜਾਣ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਪੈਂਦੀ। ਠੀਕ ਹੈ ਨਾ, ਉਹ ਤੁਹਾਡਾ ਆਲਮੋਸਟ ਸੇਮ ਹੁੰਦਾ ਵੀ ਤੁਸੀਂ ਜੋ ਤੁਸੀਂ NCERT ਦੀ ਬੁੱਕ ਦੀ ਐਕਸਰਸਾਈਜ਼ ਕਰ ਲਈ, that will be like ਉਹਦੇ ਵਿੱਚ ਵੀ ਕੁਐਸਚਨਸ ਟੈਸਟ ਚ ਆਉਂਦੇ ਉਹਦੇ ਵਿੱਚੋਂ। ਇਹ ਜਿਹੜੀ ਚੀਜ਼ ਹੈ ਇਹ 11th ਦੇ ਵਿੱਚ ਪਹਿਲੀ ਗੱਲ ਤਾਂ ਚੇਂਜ ਹੋ ਜਾਂਦੀ ਹੈ। 11th ਦੇ ਵਿੱਚ ਤੁਹਾਨੂੰ 100% ਕਨਸੈਪਟ ਤੁਹਾਡਾ ਆਪਦਾ ਕ੍ਰੀਏਟ ਕਰਨਾ ਪਊਗਾ। ਬੇਟਾ ਮਿਊਟ ਕਰ ਲਓ ਇੱਕ ਵਾਰ ਨਾ ਤੁਸੀਂ, ਡਿਸਟਰਬੈਂਸ ਆ ਰਹੀ ਹੈ। ਜਦੋਂ ਤੁਸੀਂ ਕੋਈ ਬੋਲਣਾ ਹੋਵੇ ਜਾਂ ਮੈਂ ਪੁੱਛਾਂ ਉਦੋਂ ਤੁਸੀਂ ਅਨਮਿਊਟ ਕਰ ਲੈਣਾ। ਠੀਕ ਹੈ, ਹੁਣ ਤੁਸੀਂ ਦੇਖੋ, ਹੁਣ ਪਹਿਲੀ ਗੱਲ ਤਾਂ ਇਹ ਆਪਣੀ ਬਿਲਕੁਲ ਚੇਂਜ ਹੋ ਜਾਊਗੀ ਕਿਉਂਕਿ 11th ਦੇ ਵਿੱਚ ਇਹ ਚੀਜ਼ ਨਹੀਂ ਹੈ। 11th ਦੇ ਵਿੱਚ ਕੀ ਹੈ ਵੀ ਤੁਹਾਡੇ ਕੋਲ ਇੱਕ ਚੈਪਟਰ ਆਇਆ, ਉਸ ਦਾ ਤੁਸੀਂ ਕਨਸੈਪਟ ਆਪਦਾ ਬਹੁਤ ਵਧੀਆ ਸਟਰੋਂਗ ਕੀਤਾ ਤੇ ਉਸ ਕਨਸੈਪਟ ਦੇ ਬੇਸਿਸ ਤੇ ਕੋਈ ਕੁਐਸਚਨ ਆਊਗਾ ਆਪਦੀ ਮਰਜ਼ੀ ਦਾ, ਉਹ ਆਪੇ ਪੁੱਛਣਗੇ। ਚਾਹੇ ਤੁਸੀਂ ਬੋਰਡ ਦੀ ਤਿਆਰੀ ਕਰੋ ਤੇ ਚਾਹੇ ਤੁਸੀਂ ਕਰੋ MCQ ਦੀ ਤਿਆਰੀ, ਇਨ ਬੋਥ ਆਫ ਦਾ ਕੇਸਿਸ ਇਹ ਗੜਬੜ ਹੁੰਦੀ ਹੈ। ਤੁਸੀਂ ਤਾਂ ਪੰਜਾਬ ਬੋਰਡ ਦੇ ਸਟੂਡੈਂਟ ਹੈਗੇ ਹੋ, ਜਿਹਦੇ ਕਰਕੇ ਚਲੋ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਪ੍ਰੋਬਲਮ ਨਹੀਂ ਆਣੀ, ਈਜ਼ੀ ਪੇਪਰ ਪੈਂਦਾ। CBSE ਦੇ ਵਿੱਚ ਤਾਂ ਅੱਜ ਕੱਲ੍ਹ ਬਹੁਤ ਹੀ ਬਿਲਕੁਲ ਔਖਾ ਕੀਤਾ ਹੋਇਆ, ਥੋੜਾ ਡਿਫੀਕਲਟ ਲੈਵਲ ਜ਼ਿਆਦਾ ਹੈ। ਤਾਂ ਡਿਫੀਕਲਟ ਲੈਵਲ ਜ਼ਿਆਦਾ ਹੋਣ ਦੇ ਕਰਕੇ ਉਹਦੇ ਵਿੱਚ ਕੁਐਸਚਨਸ ਦੀ ਕ੍ਰੀਏਟੀਵਿਟੀ ਜ਼ਿਆਦਾ ਬਣਦੀ ਹੈ। ਠੀਕ ਹੈ ਨਾ, ਤਾਂ ਇਸ ਕਰਕੇ ਉੱਥੇ ਈਵਨ ਮੋਰ ਹੋ ਜਾਂਦੀ ਹੈ, ਇਹ ਪ੍ਰੋਬਲਮ ਆ ਜਾਂਦੀ ਹੈ। ਦੂਜੀ ਚੀਜ਼ ਆਪਣੇ ਕੋਲ ਇਹ ਆ ਜਾਂਦੀ ਹੈ ਬੇਟਾ ਕਿ 11th ਦੇ ਵਿੱਚ ਆਪਣੇ ਜਿਹੜੇ ਸਿਲੇਬਸ ਹੈ ਉਹ ਸਿਲੇਬਸ ਦੇਖ ਲਓ। 10th ਦੇ ਵਿੱਚ ਤਾਂ ਆਪਣੇ ਕੋਲੇ ਸਾਇੰਸ ਹੁੰਦੀ ਹੈ, ਤਾਂ ਫਿਜ਼ਿਕਸ, ਕੈਮਿਸਟਰੀ, ਮੈਥ, ਬਾਇਓ ਸਾਰਾ ਕੁਝ ਹੁੰਦਾ, ਤਾਂ ਜਿਹਦੇ ਕਰਕੇ ਉਹਦੇ 'ਚ 3 ਚੈਪਟਰ ਫਿਜ਼ਿਕਸ ਦੇ, 3 ਕੈਮਿਸਟਰੀ ਦੇ ਆਏ। ਲੇਕਿਨ 11ਵੀਂ ਦੇ ਵਿੱਚ ਹੀ ਆਪਣੇ ਕੋਲੇ ਫਿਜ਼ਿਕਸ ਦੇ ਟੋਟਲ 15 ਚੈਪਟਰ ਨੇ। 11ਵੀਂ ਦੇ 12ਵੀਂ ਦੇ ਵਿੱਚ ਵੀ 15 ਨੇ, ਮਤਲਬ ਇੱਕ ਘਟਾਤਾ, ਹੁਣ 14 ਹੋ ਗਏ, ਉਹ ਗੱਲ ਵੱਖਰੀ ਹੈ। ਬਟ ਅਦਰਵਾਈਜ਼ ਟੋਟਲ 15 + 15 ਐਵਰੇਜ ਆਪਾਂ ਸੋਚੀ ਜਾਵੇ ਤਾਂ 30 ਚੈਪਟਰਸ ਆਉਂਦੇ ਆ। 34 ਮੈਥ, 34 ਫਿਜ਼ਿਕਸ ਆਏ ਕਰਕੇ, 34 ਕੈਮਿਸਟਰੀ। ਲੇਕਿਨ ਬਾਇਓ ਦੇ ਥੋੜੇ ਜ਼ਿਆਦਾ ਹੁੰਦੇ ਆ। ਤਾਂ ਜਿਹੜੇ ਆਪਣੇ ਕੋਲੇ ਆ ਗਏ 15 ਚੈਪਟਰ, ਠੀਕ ਹੈ, ਇਹ ਸਿਲੇਬਸ ਆਪਣੇ ਕੋਲ ਲੰਬਾ ਖਿੱਚਿਆ ਜਾਂਦਾ। ਇਹ ਇੰਨਾ ਜ਼ਿਆਦਾ ਲੰਬਾ ਹੋ ਜਾਂਦਾ ਸਿਲੇਬਸ ਤੇ 11th ਕਲਾਸ ਦੇ ਵਿੱਚ ਆਪਣੀ ਸਪੀਡ ਹੌਲੀ ਹੁੰਦੀ ਹੈ, 12ਵੀਂ ਕਲਾਸ 'ਚ ਆਪਣੀ ਸਪੀਡ ਜ਼ਿਆਦਾ ਹੁੰਦੀ ਹੈ। ਉਦੋਂ ਕੀ ਹੁੰਦਾ, ਬੱਚੇ ਦਾ ਵੀ ਦਿਮਾਗ ਡਿਵੈਲਪ ਹੋ ਜਾਂਦਾ ਹੈ, ਉਹ ਐਬਜ਼ੌਰਬ ਜਲਦੀ ਕਰਦਾ, ਟੀਚਰ ਵੀ ਫਟਾਕ ਕਰਕੇ ਪੜ੍ਹਾਉਂਦਾ ਰਹਿੰਦਾ। ਲੇਕਿਨ 11ਵੀਂ ਦੇ ਵਿੱਚ ਆਪਣੇ ਕੋਲੇ ਪ੍ਰੋਬਲਮ ਆਉਂਦੀ ਹੈ। 11ਵੀਂ 'ਚ ਪ੍ਰੋਬਲਮ ਕੀ ਆਉਂਦੀ ਹੈ ਕਿ ਬੱਚਾ ਹੁਣ ਜਿਵੇਂ 10ਵੀਂ ਕਲਾਸ 'ਚੋਂ ਆਇਆ ਤਾਂ ਉਹਨੂੰ ਉਹ ਚਾਹੁੰਦਾ ਕਿ ਸਪੀਡ ਹੌਲੀ ਹੋਵੇ, ਵੀ 11ਵੀਂ 'ਚ ਹੋ ਕੀ ਰਿਹਾ ਮੈਨੂੰ ਪਤਾ ਲੱਗੇ, ਯਾਰ ਫਰਕ ਕੀ ਹੈ, ਮੈਂ ਹੁਣੇ 10ਵੀਂ 'ਚ ਪੜ੍ਹ ਕੇ ਆਇਆ, ਮੈਨੂੰ ਸਾਰਾ ਕੁਝ ਆਉਂਦਾ ਤਾਂ ਹੈ, 11ਵੀਂ ਦੇ ਵਿੱਚ ਕੀ ਚੀਜ਼ ਹੈ, ਉਹਨੂੰ ਇਸ ਗੱਲ ਨੂੰ ਐਬਜ਼ੌਰਬ ਕਰਨ 'ਚ ਟਾਈਮ ਲੱਗਦਾ। ਤਾਂ ਇੱਥੇ ਆਪਣੇ ਕੋਲੇ ਸਪੀਡ ਸਲੋ ਹੁੰਦੀ ਹੈ। ਇਤੋਂ ਆਪਣੇ ਕੋਲ 2 ਪ੍ਰੋਬਲਮ ਆਉਂਦੀ ਹੈ। ਪਹਿਲੀ ਪ੍ਰੋਬਲਮ ਆਪਣਾ ਸਿਲੇਬਸ ਲਿੰਗਰ ਔਨ ਬਹੁਤ ਜ਼ਿਆਦਾ ਕਰਦਾ ਹੈ। ਦੂਜੀ ਪ੍ਰੋਬਲਮ ਆਪਾਂ ਨੂੰ ਇਹ ਆਉਂਦੀ ਹੈ ਕਿ ਆਪਾਂ ਜਦੋਂ ਤੱਕ 10ਵਾਂ 11ਵਾਂ 12ਵਾਂ ਚੈਪਟਰ ਕਰਦੇ ਨਾ, ਉਦੋਂ ਤੱਕ ਆਪਾਂ ਨੂੰ ਤੀਜਾ ਚੌਥਾ ਚੈਪਟਰ ਆਪਣੇ ਦਿਮਾਗ ਚੋਂ ਸਾਫ਼ ਹੋ ਚੁੱਕਿਆ ਹੁੰਦਾ, ਆਪਾਂ ਭੁੱਲ ਚੁੱਕੇ ਹੁੰਦੇ ਹਾਂ। ਤਾਂ ਆਪਣੇ ਕੋਲੇ ਇੱਥੇ ਤੁਹਾਨੂੰ ਰਿਵੀਜ਼ਨ ਜਿਹੜੀ ਹੈ ਇਹ ਲੈ ਕੇ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਰਿਵੀਜ਼ਨ ਲੈ ਕੇ ਆਉਣੀ ਬਹੁਤ ਇੰਪੋਰਟੈਂਟ ਹੈ ਜਿਹੜੀ ਇਸ ਦੇ ਵਿੱਚ ਆਪਣੇ ਕੋਲੇ ਫਿਜ਼ਿਕਸ ਦੇ। ਤੇ ਦੂਜੀ ਚੀਜ਼, ਆਪਾਂ ਜ਼ਿਆਦਾ ਲੰਬਾ ਟਾਈਮ ਨਹੀਂ ਆਪਾਂ ਲੈਣਾ। ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਵੈਸੇ ਤਾਂ 6 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਇਹ ਸਿਲੇਬਸ ਜਾਂਦਾ ਹੈ। ਜੇ ਜ਼ਿਆਦਾ ਹੀ ਲਿੰਗਰ ਔਨ ਹੋ ਜੇ ਤਾਂ 10 ਮਹੀਨੇ ਲੱਗ ਜਾਂਦੇ ਆ। ਜੇ ਠੀਕ ਲਿੰਗਰ ਔਨ ਕਰੀਏ ਆਪਾਂ ਤਾਂ 7-8 ਮਹੀਨੇ ਹੋ ਜਾਂਦੇ ਆ। ਤਾਂ ਮੇਰੇ ਹਿਸਾਬ ਨਾਲ 8 ਮਹੀਨਿਆਂ ਦੇ ਵਿੱਚ ਇਹ ਸਿਲੇਬਸ ਆਪਣਾ ਬਹੁਤ ਵਧੀਆ ਤਰੀਕੇ ਦੇ ਵਿੱਚ ਪੂਰਾ ਕੀਤਾ ਜਾ ਸਕਦਾ ਜੇ ਆਪਾਂ ਹੌਲੀ ਚੱਲੀਏ ਤਾਂ ਵੀ। ਠੀਕ ਹੈ ਨਾ, ਜਿਹੜਾ ਮੇਰਾ ਦੂਜਾ ਬੈਚ ਹੈ ਉਹ ਤਾਂ 6 ਮਹੀਨੇ ਦੇ ਵਿੱਚ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਯਾਰ 6 ਮਹੀਨੇ ਤਾਂ 8 ਮਹੀਨੇ ਹੋ ਜਾਣ ਤਾਂ ਕੋਈ ਗੱਲ ਨਹੀਂ ਹੈ। ਤਾਂ 8 ਮਹੀਨੇ ਤੱਕ ਤੁਸੀਂ ਇਹਨੂੰ ਲਿੰਗਰ ਔਨ ਕਰਵਾ ਸਕਦੇ ਹੋ, ਦੇयर इज नो ਪ੍ਰੋਬਲਮ। ਤੇ ਇੱਕ ਇਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਬੇਟਾ ਕਿ ਤੁਹਾਡੀ ਜਿਹੜੀ 11th ਹੁੰਦੀ ਨਾ, 11th ਦੇ ਜ਼ਿਆਦਾਤਰ ਸਕੂਲ 'ਚ ਡੰਮੀ ਹੁੰਦੇ ਆ।
ਡੰਮੀ ਹੋਣ ਦੇ ਕਰਕੇ ਕੀ ਹੈ 11th ਦੇ ਐਗਜ਼ਾਮਸ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਵਿੱਚ ਕੰਡਕਟ ਨਹੀਂ ਹੁੰਦੇ, ਬੜੀ ਜਗ੍ਹਾ ਤੇ ਚੀਟਿੰਗਸ ਹੁੰਦੀਆਂ, ਬੜੀ ਜਗ੍ਹਾ ਤੇ ਕੁਝ ਕਦੇ ਕੁਝ ਕਦੇ ਕੁਝ, ਕਿਉਂਕਿ ਵਿਦਿਨ ਸਕੂਲ ਇਹਨਾਂ ਨੇ ਹੋਣਾ ਹੁੰਦਾ। ਤਾਂ ਇਹਦੇ ਵਿੱਚ ਕੀ ਹੈ ਟੀਚਰ ਵੀ ਸੀਰੀਅਸ ਨਹੀਂ ਹੁੰਦਾ ਤੇ ਸਟੂਡੈਂਟ ਵੀ ਸਿੰਸੀਅਰ ਨਹੀਂ ਹੁੰਦਾ। ਸਟੂਡੈਂਟ ਨੂੰ ਲੱਗਦਾ ਯਾਰ ਪਾਸ ਤਾਂ ਹੋਈ ਜਾਵਾਂਗੇ ਤੇ ਟੀਚਰ ਨੂੰ ਲੱਗਦਾ ਯਾਰ ਜਵਾਕ ਨੇ ਪਾਸ ਤਾਂ ਹੋਈ ਜਾਣਾ। ਜਿਵੇਂ ਕੁਝ ਪਹਿਲਾਂ ਲਾਸਟ ਈਅਰ ਵੀ ਮੇਰੇ ਕੋਲੇ ਕੁਝ ਬੱਚੇ ਸੀ, ਮੈਨੂੰ ਇਹ ਲੱਗਦਾ ਸੀ ਵੀ ਇਹ ਬਹੁਤ ਪੂਅਰ ਹੈ, ਇਹ ਫੇਲ ਹੋਣਗੇ, ਉਹਨਾਂ ਦੇ ਵੀ 65-75% ਆਏ ਹੋਏ ਆ। ਕਿਉਂ? ਕਿਉਂਕਿ ਉਹਨਾਂ ਨੂੰ ਉੱਥੇ ਮੌਕਾ ਮਿਲ ਗਿਆ, ਟੀਚਰਸ ਨੇ ਹੈਲਪ ਕਰਤੀ ਐਕਸੈਟਰਾ ਐਕਸੈਟਰਾ। ਤਾਂ ਬੜੀ ਵਾਰ ਕੀ ਹੁੰਦਾ ਜਿਹੜੀ ਆਪਣੇ 11th ਹੈ ਨਾ, 11th 'ਚ ਬੱਚਾ ਸਿੰਸੀਅਰ ਨਹੀਂ ਹੁੰਦਾ ਤੇ ਟੀਚਰ ਵੀ ਉਹਨਾਂ ਸੀਰੀਅਸ ਨਹੀਂ ਹੁੰਦਾ। ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਆਪਾਂ ਨੇ ਇਹ ਗੱਲ ਦੇਖਣੀ ਹੈ ਵੀ ਆਪਾਂ ਐਗਜ਼ਾਮ ਚੀਟਿੰਗ ਦੇ ਬੇਸਿਸ ਤੇ ਜਾਂ ਕਿਸੇ ਹੋਰ ਦੇ ਬੇਸਿਸ ਤੇ ਨਹੀਂ ਆਪਾਂ ਕੱਢਣਾ। ਆਪਾਂ ਐਗਜ਼ਾਮ ਇੰਨਾ ਆਪਦੇ ਬਲਬੂਤੇ ਤੇ ਕੱਢੀਏ ਕਿ 12ਵੀਂ ਕਲਾਸ 'ਚ ਜਾ ਕੇ ਆਪਾਂ ਨੂੰ ਦਿੱਕਤ ਨਾ ਆਵੇ। 12th ਦੇ ਵਿੱਚ ਇਹੀ ਕਨਸੈਪਟ ਅੱਗੇ ਜਾਣਗੇ, ਠੀਕ ਹੈ। ਜੇ ਤੁਹਾਡੀ 11th ਵੀਕ ਹੈ ਤਾਂ ਤੁਹਾਡੀ 12th ਵੀਕ ਹੋਏਗੀ ਗਰੰਟੀ ਹੈ। ਤੇ ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ 11th ਆਪਣੀ ਬਹੁਤ ਵਧੀਆ ਤਰੀਕੇ ਦੇ ਵਿੱਚ ਪੜ੍ਹਾਈ ਹੋਵੇ। ਠੀਕ ਹੈ ਆਪਾਂ ਅਵਲ ਦਰਜੇ ਤੇ ਨਹੀਂ ਜਾਣਦਾ, ਜੇ ਜੀ ਕਰਦਾ ਤਾਂ ਰਹਿਣ ਦਿਓ, ਲੇਕਿਨ ਆਪਾਂ ਅਪਰ ਮਿਡਲ ਕਲਾਸ ਤਾਂ ਰਹੀਏ। ਆਪਾਂ ਜਿੰਨਾ ਆਪਾਂ ਨੇ ਕੀਤਾ ਇਹ ਆਪਾਂ ਨੂੰ ਸਮਝ ਲੱਗੇ ਆਪਾਂ ਵੀ ਸ਼ੁੱਡ ਬੀ ਗੁੱਡ ਸਟੂਡੈਂਟ ਇਫ ਨਾਟ ਵੈਰੀ ਗੁੱਡ ਸਟੂਡੈਂਟ ਤਾਂ ਆਪਾਂ ਹੋਈਏ। ਇਹ ਚੀਜ਼ ਦੀ ਤੁਸੀਂ ਆਪਦੀ ਕੰਡੀਸ਼ਨ ਬਣਾ ਕੇ ਚੱਲਣੀ ਹੈ, ਅਦਰਵਾਈਜ਼ ਆਪਾਂ ਨੂੰ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਣੀ। ਨੈਕਸਟ ਥਿੰਗ ਇਜ਼ ਕਿ ਆਪਣੇ ਨੋਟਸ ਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਆਪਾਂ ਨੋਟਸ ਦਾ ਕੀ ਕਰਦੇ ਆ। ਬੇਟਾ ਆਪਣੀ ਇੱਕ ਬੁੱਕ ਹੈ ਮੇਰੀ ਲਿਖੀ ਹੋਈ, that book is known as 5 book, ਮੇਰੇ ਕੋਚਿੰਗ ਸੈਂਟਰ ਤੋਂ ਮਿਲੂਗੀ, ਠੀਕ ਹੈ। 5 book ਤੇ ਜਦੋਂ ਮੰਨ ਲਓ ਜਿਵੇਂ ਇੰਸਟਾਲਮੈਂਟਸ ਆ ਜਾਂਦੀਆਂ, ਫਸਟ ਇੰਸਟਾਲਮੈਂਟ ਲਾਈਕ ਫਸਟ ਵੀਕ ਦੇ ਵਿੱਚ ਆਪਣੀ ਜਮ੍ਹਾਂ ਹੋ ਜਾਂਦੀ ਹੈ। ਜਦੋਂ ਇੰਸਟਾਲਮੈਂਟ ਜਮ੍ਹਾਂ ਹੋ ਜਾਂਦੀ ਹੈ ਸਟੂਡੈਂਟ ਕੈਨ ਗੋ ਟੂ ਦੀ ਕੋਚਿੰਗ ਸੈਂਟਰ, ਦੇ ਕੈਨ ਪ੍ਰੋਕਿਉਰ ਦਿਸ ਬੁੱਕ। ਤੁਸੀਂ ਆਹ ਵਾਲੀ ਬੁੱਕ ਲੈ ਲਓ 5 book ਦੀ। ਆਪਣੀ 5 book ਦੀ ਜਿਹੜੀ 11th ਸਟੈਂਡਰਡ ਦੀ ਬੁੱਕਸ ਤੇ 12th ਸਟੈਂਡਰਡ ਦੀ ਬਹੁਤ ਹੀ ਵਧੀਆ ਉਮਦਾ ਤਰੀਕੇ ਦੇ ਵਿੱਚ ਲਿਖੀ ਗਈ ਹੈ। ਇਹ ਕਿਵੇਂ ਲਿਖੀ ਗਈ ਹੈ? ਇਹ ਕੁਐਸਚਨ ਬੇਸਡ ਫਾਰਮੈਟ ਦੇ ਵਿੱਚ ਹੈ। ਤੁਹਾਨੂੰ ਇਹਦੇ ਇਲਾਵਾ ਕੋਈ ਵੀ ਹੋਰ ਬੁੱਕ ਲੈਣ ਦੀ ਲੋੜ ਨਹੀਂ। ਤੁਸੀਂ ਕਹੋਗੇ ਸਰ ਮੈਂ ਪ੍ਰਦੀਪ ਲਵਾਂ, ਇਹ ਲਵਾਂ, ਉਹ ਲਵਾਂ, ਤੁਹਾਨੂੰ ਕੁਝ ਵੀ ਲੈਣ ਦੀ ਲੋੜ ਨਹੀਂ। ਜੋ ਮੈਂ ਕਹਤਾ ਉਹ 5 book ਦੇ ਵਿੱਚ ਜੋ ਲਿਖਿਆ ਹੋਇਆ ਤੁਸੀਂ ਉਹੀ ਪੜ੍ਹਨਾ ਹੈ। ਉਹਦੇ ਵਿੱਚ ਸਾਰਾ ਕੁਝ ਕੁਐਸਚਨ ਫਾਰਮੈਟ ਦੇ ਵਿੱਚ ਹੈ। ਕੁਐਸਚਨ ਨੰਬਰ 1 ਕੁਐਸਚਨ ਫਾਰਮੈਟ ਆਊਗਾ ਵੀ ਇਹ ਪੰਜਾਬ ਬੋਰਡ 'ਚ ਸਵਾਲ ਪੁੱਛਿਆ ਗਿਆ ਸੀ, ਇਹ CBSE ਸਵਾਲ ਪੁੱਛਿਆ ਗਿਆ ਸੀ, ਆਹ ਕੁਐਸਚਨ ਪੁੱਛਿਆ ਗਿਆ ਸੀ, ਇਹਦਾ ਆਨਸਰ ਆਹ ਲਿਖ ਦਿਆ। ਕੁਐਸਚਨ ਨੰਬਰ 2 ਉਹਦਾ ਧੀਰੇ ਕੁਐਸਚਨਸ ਦੇ ਵਿੱਚ ਹੀ ਆਪਾਂ ਨੂੰ ਸਾਰੀ ਥਿਊਰੀ ਦਿੱਤੀ ਹੋਈ ਹੈ, ਬਹੁਤ ਵਧੀਆ ਤਰੀਕੇ ਦੇ ਵਿੱਚ ਹੈ, ਠੀਕ ਹੈ। ਸੋ ਮਚ ਸੋ ਕਿ ਮੇਰੇ ਕੋਲੇ ਮਤਲਬ ਬੱਚੇ ਇਸ ਤਰ੍ਹਾਂ ਆਉਂਦੇ ਆ ਕਿ ਸਰ ਮੈਂ ਤੁਹਾਡੇ ਕੋਲੇ ਕੋਚਿੰਗ ਤਾਂ ਨਹੀਂ ਮੈਂ ਜੁਆਇਨ ਕਰ ਪਾ ਰਹੀ ਕਿਉਂਕਿ ਵੀ ਮੈਂ ਬਾਹਰੋਂ ਆ। ਇੱਕ ਬੱਚੀ ਸੀਗੀ ਉਹ ਕਹਿੰਦੀ ਮੈਂ ਸਰ ਬਾਹਰੋਂ ਆ ਤਾਂ ਜਿਹਦੇ ਕਰਕੇ ਮੈਂ ਕੋਚਿੰਗ ਸੈਂਟਰ ਨਹੀਂ ਤੁਹਾਡਾ ਜੁਆਇਨ ਕਰਨਾ, ਲੇਕਿਨ ਮੈਨੂੰ ਤੁਸੀਂ ਆਪਦੇ ਨੋਟਸ ਦੇ ਦਿਓ। ਤੇ ਉਹ ਬੱਚਾ ਸਿਰਫ ਨੋਟਸ ਆਪਣੇ ਕੋਲੋਂ ਪਰਚੇਸ ਕਰਕੇ ਗਿਆ, ਠੀਕ ਹੈ। ਅਦਰਵਾਈਜ਼ ਆਪਾਂ ਲਾਈਕ 500 ਰੁਪਏ ਚਾਰਜ ਕਰਕੇ ਆਪਾਂ ਨੋਟਸ ਦਿੰਦੇ ਆ ਤੇ ਉਹ ਨੋਟਸ ਬੱਚੇ ਨੇ ਪੜ੍ਹੇ ਤੇ ਸ਼ੀ ਵਾਸ ਸੋ ਹੈਪੀ ਵਿਦ ਦਿਸ ਨੋਟਸ ਕਿ 12th ਸਟੈਂਡਰਡ ਦੇ ਵਿੱਚੋਂ ਜਾਂ 11th ਸਟੈਂਡਰਡ ਦੇ ਵਿੱਚੋਂ ਨੰਬਰ ਨਹੀਂ ਘਟਦੇ ਜੇ ਤੁਸੀਂ ਮੇਰੇ ਨੋਟਸ ਰੈਫਰ ਕਰਦੇ ਹੋ। ਤਾਂ ਮੈਂ ਤੁਹਾਨੂੰ ਕਹਿੰਦਾ ਕਿ ਜੇ ਤੁਸੀਂ ਇਹ ਨੋਟਸ ਰੈਫਰ ਕਰਦੇ ਹੋ ਤੁਹਾਨੂੰ ਕੋਈ ਵੀ ਹੋਰ ਕਿਤਾਬ ਦੀ ਲੋੜ ਨਹੀਂ ਹੈ। ਯੂ ਡੋਂਟ ਨੀਡ ਟੂ ਪਰਚੇਸ ਐਨੀ ਅਦਰ। ਤਾਂ ਇਹ ਹੋ ਗਿਆ। ਇਹਦੇ ਇਲਾਵਾ ਆਪਣੇ ਕੋਲ ਜਿਹੜੀ ਆ 5 book ਦੇ ਇਲਾਵਾ ਤੁਹਾਨੂੰ ਮੈਂ ਕੀ ਕੁਝ ਦੇ ਰਿਹਾ, ਇਹਦੇ ਇਲਾਵਾ ਮੇਰੇ PDF ਨੋਟਸ ਮਿਲਣਗੇ ਜਿਹੜੀ ਤੁਹਾਡੇ ਸਾਹਮਣੇ ਕਾਪੀ ਖੁੱਲੀ ਪਈ ਹੈ। ਆ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਤੁਹਾਨੂੰ PDF ਦੇ ਰੂਪ ਦੇ ਵਿੱਚ ਸਾਰਾ ਮਿਲੂਗਾ। ਤਾਂ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਸਰ ਨੇ ਕੀ ਪੜ੍ਹਾਇਆ। ਮੈਂ ਇੱਥੋਂ ਦੀ ਤੁਹਾਨੂੰ ਪੜ੍ਹਾਇਆ ਕਰੂੰਗਾ ਜਿਵੇਂ ਕਿ ਇੱਥੇ ਲਿਖਿਆ ਹੋਇਆ, ਮੈਂ ਤੁਹਾਨੂੰ ਦੱਸਤਾ ਵੀ ਆਹ ਚੀਜ਼ ਆ, ਚੀਜ਼ ਆ, ਮੈਂ ਤੁਹਾਨੂੰ ਦੱਸੂਗਾ। ਇਹ PDF ਨੋਟਸ ਤੁਹਾਨੂੰ ਸਾਰੇ ਦੇ ਸਾਰੇ Google Drive ਦੇ ਵਿੱਚ ਮਿਲ ਜਾਣੇ ਆ। ਤੁਸੀਂ ਇਹਨੂੰ ਡਾਊਨਲੋਡ ਕਰਕੇ ਆਪਦੀ ਮਰਜ਼ੀ ਨਾਲ ਜਦੋਂ ਪ੍ਰਿੰਟ ਕਰਾਣੇ ਪ੍ਰਿੰਟ ਕਰਾ ਲਏ, ਨਹੀਂ ਕਰਾਣੇ ਨਾ ਕਰਾਏ, ਤੁਹਾਡੀ ਮਰਜ਼ੀ ਤੇ ਰਹਿ ਜਾਊਗਾ। ਤਾਂ ਇਹ ਇੱਕ PDF ਤੁਹਾਨੂੰ ਕਾਪੀ ਆ ਮਿਲੂਗੀ। ਅਪਾਰਟ ਫਰੋਮ ਦੈਟ ਤੁਹਾਨੂੰ ਮਿਲਣਗੀਆਂ ਮੇਰੀਆਂ ਵੀਡੀਓ ਰਿਕਾਰਡਿੰਗਸ। ਵੀਡੀਓ ਰਿਕਾਰਡਿੰਗਸ ਦਾ ਕੀ ਕਨਸੈਪਟ ਹੈਗਾ, ਇਹ ਸਾਰਾ ਕੁਝ ਕਰੋਨਾ ਤੋਂ ਬਾਅਦ ਹੀ ਆਪਾਂ ਨੇ ਡਿਵੈਲਪ ਕੀਤਾ ਹੈ। ਓਬਵੀਅਸਲੀ ਉਦੋਂ ਪਹਿਲਾਂ ਤਾਂ ਇੰਨਾ ਕੁਝ ਡਿਵੈਲਪ ਨਹੀਂ ਹੋਇਆ ਸੀਗਾ। ਹੁਣ ਆਪਣੇ ਕੋਲੇ ਵੀਡੀਓ ਰਿਕਾਰਡਿੰਗਸ ਵੀ ਆਪਣੇ ਕੋਲ ਸਾਰੀਆਂ ਬਣਦੀਆਂ। ਜਿਵੇਂ ਮੈਂ ਹੁਣ ਰਿਕਾਰਡ ਕਰ ਲਿਆ, ਇਹੀ ਰਿਕਾਰਡਿੰਗ ਮੈਂ YouTube ਤੇ ਅਪਲੋਡ ਕਰ ਦੂੰਗਾ, ਠੀਕ ਹੈ। ਉਸ ਦਾ ਲਿੰਕ ਤੁਹਾਡੇ ਕੋਲੇ ਪਹੁੰਚ ਜਾਏਗਾ। ਤੁਸੀਂ ਮੰਨ ਲਓ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ 6 ਮਹੀਨੇ ਬਾਅਦ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਲੱਗਦਾ ਯਾਰ ਆਹ ਵਾਲਾ ਟੌਪਿਕ ਸਰ ਨੇ ਨਾ ਸਮਝਾਇਆ ਸੀ, ਉਦੋਂ ਮੈਨੂੰ ਠੀਕ ਸਮਝ ਨਹੀਂ ਲੱਗਿਆ, ਇੱਕ ਵਾਰ ਦੁਬਾਰਾ ਦੇਖ ਲਈਏ, ਤਾਂ ਤੁਸੀਂ ਦੁਬਾਰਾ ਉੱਥੇ ਜਾ ਕੇ ਸਾਰਾ ਦਾ ਸਾਰਾ ਵੀਡੀਓ ਲੈਕਚਰ ਮੇਰਾ ਦੁਬਾਰਾ ਦੇਖ ਸਕਦੇ ਹੋ। ਇਹ ਤੁਹਾਨੂੰ ਮਿਲੂਗੀ ਵੀਡੀਓ ਦੀ ਰਿਕਾਰਡਿੰਗ, ਤੁਹਾਨੂੰ ਐਂਡ ਤੱਕ ਮਿਲੇਗੀ। ਤੁਸੀਂ ਮੇਰੇ ਕੋਲ 2 ਈਅਰ ਪ੍ਰੋਗਰਾਮ ਹੈ ਤਾਂ ਤੁਹਾਨੂੰ 2 ਸਾਲਾਂ ਤੱਕ ਮਿਲਦੀ ਰਹੂਗੀ, ਐਂਡ ਤੱਕ ਚੱਲੇਗਾ ਤੁਹਾਡੇ ਕੋਲ ਇਹ ਵੀਡੀਓ ਰਿਕਾਰਡਿੰਗਸ ਤੁਹਾਡੇ ਕੋਲ ਰਹਿਣਗੀਆਂ। ਕਿਉਂਕਿ ਜਦੋਂ ਤੁਸੀਂ 12ਵੀਂ 'ਚ ਵੀ ਜਾਓਗੇ ਤੁਹਾਨੂੰ ਪ੍ਰੋਬਲਮ ਆਈ ਤਾਂ ਤੁਸੀਂ ਪਿੱਛੇ ਜਾ ਕੇ ਦੇਖ ਸਕੋ। ਤਾਂ ਇਹ ਹੈ ਆਪਣੇ ਕੋਲ ਸਾਰਾ ਦਾ ਸਾਰਾ ਸਿਸਟਮ। ਬੇਟਾ ਜੀ ਕੋਈ ਡਾਊਟ ਹੈ ਤਾਂ ਦੇਖ ਲਓ। नो सर। ਠੀਕ ਹੈ। ਮੈਂ ਅਗੇਨ ਐਂਡ ਅਗੇਨ ਇਹ ਗੱਲ ਪੁੱਛਦਾ ਰਹਿਣਾ ਕਿ ਬੱਚੇ ਕੋਈ ਡਾਊਟ ਹੈ ਤਾਂ ਦੱਸ ਦਿਓ, ਡਾਊਟ ਹੈ ਤਾਂ ਦੱਸ ਦਿਓ। ਤੁਸੀਂ ਅਦਰਵਾਈਜ਼ ਪਿੱਛੇ ਮਿਊਟ ਕਰ ਲੈਣਾ ਕਿਉਂਕਿ ਜ਼ਿਆਦਾਤਰ ਸਟੂਡੈਂਟ ਜਦੋਂ ਆਉਂਦੇ ਨਾ, ਕਾਫੀ ਸਾਰੇ ਹੁੰਦੇ ਸਟੂਡੈਂਟ, ਉਦੋਂ ਕਿਸੇ ਨਾ ਕਿਸੇ ਦੇ ਮਾਈਕ ਦੇ ਪਿੱਛੇ ਕੋਈ ਨਾ ਕੋਈ ਰੋਲਾ ਰੱਪਾ ਪਿਆ ਹੀ ਰਹਿੰਦਾ, ਤਾਂ ਆਪਾਂ ਇਹ ਕਹਿੰਦੇ ਆ ਸਾਰਿਆਂ ਨੂੰ ਮਿਊਟ ਕਰ ਦਿੰਦੇ ਆ,
ठीक है। ਤੇ ਜਦੋਂ ਤੁਹਾਨੂੰ ਕੋਈ ਡਾਊਟ ਹੈ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਮੇਰੀ ਕਲਾਸ ਓਪਨਲੀ ਤੁਸੀਂ ਬੋਲ ਸਕਦੇ ਹੋ। देयर इज नो ਕੰਪਲਸ਼ਨ ਕਿ ਨਹੀਂ ਤੁਸੀਂ ਬੋਲਣਾ ਨਹੀਂਗਾ, ਇਹ ਉਹ ਤੁਸੀਂ ਕਦੋਂ ਵੀ ਬੋਲ ਸਕਦੇ ਹੋ। ਯੂ ਕੈਨ ਰੇਜ਼ ਯੋਰ ਹੈਂਡ, ਇਹਦੇ ਵਿੱਚ ਫੰਕਸ਼ਨ ਹੁੰਦਾ ਹੈ ਰੇਜ਼ ਕਰੋ ਹੈਂਡ ਨੂੰ, ਜਾਂ ਤੁਸੀਂ ਵੈਸੇ ਮੈਨੂੰ ਕਹਿ ਦਿਓ ਕਿ ਸਰ ਮੈंने ਡਾਊਟ ਪੁੱਛਣਾ, ਆਪਣੇ ਵਾਸਤੇ ਓਪਨ ਹੈ, ਕੋਈ ਪ੍ਰੋਬਲਮ ਨਹੀਂ। ਚਲੋ ਜੀ, ਤਾਂ ਇੱਥੇ ਆਪਾਂ ਦਿਸ ਇਜ਼ ਦੀ ਫਰਸਟ ਥਿੰਗ ਵਿਚ ਇਜ਼ ਇੰਟਰੋਡਕਸ਼ਨ ਫॉर 5 ਕਲਾसेस। ਓਕੇ, 5 ਕਲਾसेस ਮੇਰੇ ਇੰਸਟੀਟਿਊਟ ਦਾ ਨਾਮ ਹੈ। ਹੁਣ ਆਪਾਂ ਚੱਲਦੇ ਹਾਂ ਇਹ ਤੋਂ ਅੱਗੇ, ਹੁਣ ਆਪਾਂ ਕਰਾਂਗੇ ਫਿਜ਼ਿਕਸ ਦੀ ਗੱਲ। ਹੁਣ ਦੇਖੋ, ਜੋ ਆਪਣੇ ਕੋਲ ਬੇਟਾ ਫਿਜ਼ਿਕਸ ਹੈ, ਹੁਣ ਮੈਂ ਤੁਹਾਨੂੰ ਫਿਜ਼ੀਕਲ ਵਰਲਡ ਦੇ ਬਾਰੇ ਆਪਾਂ ਗੱਲ ਕਰਾਂਗੇ। ਬੇਸਿਕਲੀ ਇਹਦੇ ਵਿੱਚ ਹੈ ਕਿ ਫਿਜ਼ਿਕਸ ਇਜ਼ ਦੀ ਬ੍ਰਾਂਚ ਆਫ ਸਾਇੰਸ ਜਿਹੜੀ ਕਿ ਡੀਲ ਕਰਦੀ ਹੈ ਆਪਣੀ ਮਦਰ ਨੇਚਰ ਦੇ ਨਾਲ। ਮਤਲਬ ਮਦਰ ਨੇਚਰ ਤਾਂ ਸਾਰੀਆਂ ਡੀਲ ਕਰਦੀਆਂ, ਬਟ ਫਿਜ਼ਿਕਸ ਇਜ਼ ਅ ਬ੍ਰਾਂਚ ਦੈਟ ਟੈਲਸ ਅਸ ਅਬਾਊਟ ਦੀ ਫਿਜ਼ੀਕਲ ਐਸਪੈਕਟ ਆਫ ਮਦਰ ਨੇਚਰ। ਤਾਂ ਬੇਸਿਕਲੀ ਆਪਾਂ ਕਰਨਾ ਕੀ ਚਾਹੁੰਦੇ ਆ, ਨੇਚਰ, ਪ੍ਰਕਿਰਤੀ ਦੇ ਜਿਹੜੀ ਵੀ ਨੇਚਰ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ, ਇਹ ਚੀਜ਼ਾਂ ਨੂੰ ਆਪਾਂ ਸਮਝਣਾ ਚਾਹੁੰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਵੇਂ ਡਿਵੈਲਪ ਕਿਵੇਂ ਹੋਇਆ। ਦੇਖੋ, ਸਭ ਤੋਂ ਪਹਿਲਾਂ ਤਾਂ ਨਿਊਟਨ ਬੰਦਾ ਸੀਗਾ, ਜਿਵੇਂ ਕਿ ਮੈਂ ਇੱਥੇ ਨਾਮ ਤੁਹਾਡੇ ਸਾਹਮਣੇ ਲਿਖਿਆ ਹੀ ਹੋਇਆ, ਨਿਊਟਨ ਵਾਸ ਦੀ ਪਰਸਨ। ਇਹ ਸੀਗਾ ਕਦੋਂ? ਇਹ 1675 ਈਸਵੀ ਦੇ ਵਿੱਚ ਆਪਣੇ ਕੋਲੇ ਨਿਊਟਨ ਸੀਗਾ। ਨਿਊਟਨ ਸੀਗਾ ਯੂਰਪ ਦੇ ਵਿੱਚ, ਠੀਕ ਹੈ। ਇਹ ਸਭ ਗੱਲਾਂ ਨਾ ਪਤਾ ਹੋਣੇ ਚਾਹੀਦੀਆਂ ਪੁੱਤ, ਇਹਦੇ ਨਾਲ ਨਾ ਇੰਟਰਸਟ ਆਉਂਦਾ ਹੈ, ਇੰਟਰਸਟ ਆਉਂਦਾ ਹੈ ਪੜ੍ਹਾਈ ਦੇ ਵਿੱਚ, ਤੁਹਾਨੂੰ ਮਜ਼ਾ ਆਉਣ ਲੱਗ ਜਾਂਦਾ ਹੈ। ਬੱਚਾ ਕਹਿੰਦਾ ਯਾਰ ਮੈਨੂੰ ਮਜ਼ਾ ਆ ਗਿਆ ਪੜ੍ਹ ਕੇ, ਫਿਰ ਉਹਦੇ ਨਾਲ ਕੀ ਹੁੰਦਾ, ਬੱਚਾ ਆਪੇ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਆਪੇ ਜਦੋਂ ਪੜ੍ਹੋਗੇ ਨਾ, ਤਾਂ ਤੁਸੀਂ ਹਮੇਸ਼ਾ ਹੀ ਇੱਕ ਚੰਗਾ ਸਟੂਡੈਂਟ ਬਣੋਗੇ। ਇਸ ਚੀਜ਼ ਨੂੰ ਧਿਆਨ ਚ ਰੱਖੋ। ਹੁਣ ਨਿਊਟਨ ਆਪਾਂ ਬਚਪਨ ਤੋਂ ਨਿਊਟਨ ਦੀਆਂ ਕਹਾਣੀਆਂ ਸੁਣਦੇ ਆਏ। ਨਿਊਟਨ ਕਦੋਂ ਹੋਇਆ ਆਪਾਂ ਨੂੰ ਪਤਾ ਨਹੀਂ। ਨਿਊਟਨ ਹੋਇਆ 1675 ਈਸਵੀ ਦੇ ਵਿੱਚ। 1675 ਈਸਵੀ ਦੇ ਵਿੱਚ ਇੰਡੀਆ ਦੇ ਵਿੱਚ ਕੀ ਚੱਲਦਾ ਪਿਆ ਸੀ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਇੰਡੀਆ 'ਚ ਕੀ ਕੌਣ ਸੀਗੇ, ਆਹ ਲਿਖੇ ਹੋਏ, ਔਰੰਗਜ਼ੇਬ ਦਾ ਜ਼ਮਾਨਾ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਧਾਰੀ ਸੀ ਉਸ ਵੇਲੇ। ਸ਼ਿਵਾਜੀ ਮਰਾਠਾ ਨੀਚੇ ਬੰਬੇ ਦੇ ਵਿੱਚ ਮਰਾਠਾ ਦੇ ਵਿੱਚ ਰਾਜਾ ਬਣ ਚੁੱਕੇ ਸੀ। ਇਹਨਾਂ ਦੀਆਂ ਉਸ ਵੇਲੇ ਦੀਆਂ ਲੜਾਈਆਂ ਚੱਲ ਰਹੀਆਂ ਸੀ। ਇਹ ਹੁਣ ਤੁਸੀਂ ਉਦੋਂ ਦੇਖਿਆ ਹੋਇਆ। ਤਾਨਾ ਜੀ ਮੂਵੀ ਦੇਖ ਲਈ ਤੁਸੀਂ ਕਿ ਨਹੀਂ ਦੇਖੀ? नो सर। ਤਾਨਾ ਜੀ मूवी ਜਿਹੜੀ ਹੈ 1670 ਈਸवी ਦੇ ਵਿੱਚ, ਉਹ ਪਹਿਲਾਂ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਹੈ 1670 ਈਸवी में ये सब चीजें चल रही थी। 1670 ਈਸवी ਦੇ ਵਿੱਚ ਸ਼ਿਵਾਜੀ ਮਰਾਠਾ ਤੇ ਔਰੰਗਜ਼ੇਬ ਦੀ ਲੜਾਈ, ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈ, ਉਹ ਸਭ ਆਪਣੇ ਯੁੱਧ ਹੋ ਰਹੇ ਸੀਗੇ। ਉਸ ਵੇਲੇ ਯੂਰਪ ਦੇ ਵਿੱਚ ਇੱਕ ਬੰਦਾ ਆਇਆ ਜਿਹਦਾ ਨਾਮ ਸੀ ਨਿਊਟਨ। ਦਿਸ ਵਾਜ਼ ਅ ਜਵੈਲ, ਮਤਲਬ ਇੱਕ ਰੱਬ ਦਾ ਅਵਤਾਰ ਹੀ ਹੋ ਗਿਆ ਉਹਨਾਂ ਦੇ ਕੋਲੇ। ਤੇ ਇਸ ਬੰਦੇ ਨੇ ਮਤਲਬ ਇਹ ਜਿਹੀਆਂ ਚੀਜ਼ਾਂ ਕਰਤੀਆਂ ਜਿਹੜੀਆਂ ਕਿਸੇ ਬੰਦੇ ਨੇ ਸੋਚੀਆਂ ਵੀ ਨਹੀਂ ਸੀ। ਤਾਂ ਨਿਊਟਨ ਵਾਸ ਦੀ ਪਰਸਨ ਹੂ ਐਕਚੁਅਲੀ ਸਟਾਰਟਡ ਦਾ ਸਬਜੈਕਟ ਆਫ ਫਿਜ਼ਿਕਸ ਫॉर ਮਾਡਰਨ ਸਾਇੰਸ। ਠੀਕ ਹੈ, ਮੈਂ ਇੱਥੇ ਆਪਾਂ ਦੂਜੀ ਕੰਟਰੋਵਰਸੀ 'ਚ ਨਹੀਂ ਪੈਂਦੇ ਕਿ ਵੀ ਸਾਡੇ ਤਾਂ ਬਹੁਤ ਪੁਰਾਣੇ ਜ਼ਮਾਨੇ 'ਚ ਬੜਾ ਕੁਝ ਹੁੰਦਾ ਸੀ। ਬਟ ਜੇ ਆਪਾਂ ਯੂਰਪੀਅਨ ਸਾਇੰਸ ਦੀ ਗੱਲ ਕਰੀਏ ਤਾਂ ਨਿਊਟਨ ਵਾਸ ਦਾ ਪਰਸਨ ਹੂ ਸਟਾਰਟਡ ਦਾ ਯੂਰਪੀਅਨ ਸਾਇੰਸ। ਤਾਂ ਇਹਨੇ ਫਿਜ਼ਿਕਸ ਨੂੰ ਸਟਾਰਟ ਕੀਤਾ। ਬਟ ਫਿਜ਼ਿਕਸ ਨੂੰ ਸਮਝਣ ਵਾਸਤੇ ਇਹਨੂੰ ਕਿਸ ਚੀਜ਼ ਦੀ ਲੋੜ ਪਈ? ਮੈਥਸ ਦੀ। ਤਾਂ ਨਿਊਟਨ ਦੇ ਸਾਰੇ ਲਾਜ਼ ये वो ਤੁਸੀਂ ਸਭ ਕੁਝ ਜਾਣਦੇ ਹੋ, ਪੜਿਆ ਹੀ ਹੋਇਆ। ਲੇਕਿਨ ਨਿਊਟਨ ਵਾਸ ਦੀ ਪਰਸਨ ਹੂ ਕ੍ਰੀਏਟਡ ਮੈਥਸ। ਇਹ ਨਹੀਂ ਆਪਾਂ ਨੂੰ ਪਤਾ ਹੁੰਦਾ। ਮੈਥਸ ਦੇ ਵਿੱਚ ਦੋ ਚੀਜ਼ਾਂ ਨੇ ਪੁੱਤ, ਇੱਕ ਹੈਗੀ ਆ ਡਿਫਰੈਂਸ਼ੀਏਸ਼ਨ ਤੇ ਇੱਕ ਹੈਗਾ ਇੰਟੀਗ੍ਰੇਸ਼ਨ। ਇਸ ਦੇ ਨਾਮ ਤੁਸੀਂ ਅਪ ਟੂ 10th ਨਹੀਂ ਸੁਣਿਆ ਹੁੰਦਾ, ਠੀਕ ਹੈ, ਘੱਟ ਵੱਧ ਸੁਣੇ ਹੁੰਦੇ ਆ। ਤੇ 11 12th ਦੇ ਵਿੱਚ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਇਹ ਆਪਾਂ ਅੱਗੇ ਪੜਾਂਗੇ, ਮੈਂ ਵੀ ਕਰਵਾਉਂਗਾ ਤੇ ਮੈਥਸ ਦੇ ਵਿੱਚ ਵੀ ਕਰੋਗੇ। ਬੇਟਾ ਤੇਰੇ ਕੋਲ ਨਾਨ ਮੈਡੀਕਲ ਹੈ ਨਾ? ਹਾਂ, ਅਜੇ ਸਰ ਕੋਲੇ। ਤਾਂ ਅਜੇ ਸਰ ਕੋਲੇ ਤੈਨੂੰ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਤੁਹਾਨੂੰ ਪਤਾ ਲੱਗੂਗਾ। ਇਹ ਸਾਰਾ ਵੀ ਨਿਊਟਨ ਦਾ ਬਣਾਇਆ ਹੋਇਆ ਹੈ। ਤੁਸੀਂ ਇਹ ਦੇਖ ਲਓ, ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਦੇ ਬਿਨਾ ਮੈਥਸ ਦੇ ਵਿੱਚ ਕੁਝ ਵੀ ਨਹੀਂ। ਮੈਥ ਦੇ ਵਿੱਚ ਜੇ ਕੋਈ ਫਾਰਮੂਲਾ ਹੈ, the area of the square L into B, rectangle ਕਰਦੇ ਆ, area of the square is A square, area of a circle pi r square. Differentiation ਤੇ integration, they are the tools with the help of which we have created these formulas. ਇਹ ਫਾਰਮੂਲਾ ਤੁਹਾਨੂੰ ਤਾਂ ਆਪਾਂ ਰੱਟਾ ਮਰਵਾਤਾ, ਲੇਕਿਨ ਇਹ ਕ੍ਰੀਏਟ ਕਿੱਥੋਂ ਹੋਏ? ਇਹ ਕ੍ਰੀਏਟ ਹੋਏ ਡਿਫਰੈਂਸ਼ੀਏਸ਼ਨ ਤੇ ਇੰਟੀਗ੍ਰੇਸ਼ਨ ਤੋਂ। ਤਾਂ ਨਿਊਟਨ ਵਾਸ ਸੱਚ ਅ ਗ੍ਰੇਟ ਪਰਸਨ, ਠੀਕ ਹੈ ਨਾ। ਤਾਂ ਨਿਊਟਨ ਇੱਥੇ ਆਪਣੇ ਕੋਲੇ ਇਹ ਆਏ ਤੇ ਇਹਨਾਂ ਨੇ ਫਿਜ਼ਿਕਸ ਕ੍ਰੀਏਸ਼ਨ ਕੀਤੀ। ਤਾਂ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਧਿਆਨ ਦਿੱਤਾ, ਉਹ ਦਿੱਤਾ ਆਪਣੇ ਕੋਲੇ ਗ੍ਰੈਵੀਟੇਸ਼ਨ ਚੈਪਟਰ ਦੇ ਉੱਤੇ, ਠੀਕ ਹੈ ਨਾ। ਤਾਂ ਇਹਨਾਂ ਨੇ ਜਿਹੜੀ ਸਾਇੰਸ ਬਣਾਈ, ਉਹਦੇ ਵਿੱਚ ਆਪਣੇ ਕੋਲੇ ਆ ਗਿਆ ਕਾਈਨੇਮੈਟਿਕਸ। ਕਾਈਨੇਮੈਟਿਕਸ ਬ੍ਰਾਂਚ ਉਹ ਹੁੰਦੀ ਹੈ ਜਿਹਦੇ ਵਿੱਚ ਆਪਾਂ ਮੋਸ਼ਨ ਡੀਲ ਕਰਦੇ ਹਾਂ। ਇੱਕ ਆਪਣੇ ਕੋਲੇ ਚਲੀ ਜਾਂਦੀ ਹੈ ਡਾਇਨਾਮਿਕਸ। ਤਾਂ ਇਹਨੂੰ ਆਪਾਂ ਐਕਚੁਅਲ ਚ ਕਹਿੰਦੇ ਆ ਜਿਵੇਂ ਨਿਊਟੋਨੀਅਨ ਫਿਜ਼ਿਕਸ। This physics is a special name is given to it, which is Newtonian physics. बेटा जी गल क्लियर होगी? यस सर।
ਨਿਊਟੋਨੀਅਨ ਫਿਜ਼ਿਕਸ ਦਾ ਨਿਊਟੋਨੀਅਨ ਫਿਜ਼ਿਕਸ ਉਹ ਫਿਜ਼ਿਕਸ ਹੈ ਜਿਹਦੇ ਵਿੱਚ ਨਿਊਟਨ ਦੇ ਬਣਾਏ ਹੋਏ ਫਾਰਮੂਲੇ ਲੱਗਦੇ ਆ। ਇਹਦਾ ਮਤਲਬ ਇਹ ਹੈ ਵੀ ਇੱਕ ਕੁਝ ਫਿਜ਼ਿਕਸ ਹੈ ਜੀ ਵੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਨਿਊਟਨ ਦੇ ਫਾਰਮੂਲੇ ਫੇਲ ਹੋ ਜਾਂਦੇ ਆ। ਸਰਪ੍ਰਾਈਜ਼ਿੰਗਲੀ ਨਿਊਟਨ ਤੋਂ ਬਾਅਦ ਕੁਝ ਸਮੇਂ ਬਾਅਦ ਆਪਾਂ ਨੂੰ ਇਹ ਜਿਹੇ ਆਪਾਂ ਨੂੰ ਫੀਲਡ ਮਿਲੇ ਜਿੱਥੇ ਨਿਊਟਨ ਦੇ ਫਾਰਮੂਲੇ ਫੇਲ ਹੋ ਜਾਂਦੇ ਆ। ਜਿਵੇਂ ਆਪਾਂ ਕਹੀਏ ਕਿ S = ut + ½ at² ਨਿਊਟਨ ਨੇ ਫਾਰਮੂਲਾ ਬਣਾਇਆ ਸੀ। ਇਹ ਫਾਰਮੂਲਾ ਆਪਣੀ ਕਾਰ ਤੇ ਲੱਗਦਾ, ਸਾਰੇ ਕਿਤੇ ਲੱਗਦਾ ਹੈ, ਕ੍ਰਿਕਟ ਬਾਲ ਤੇ ਲੱਗਦਾ ਹੈ, ਲੇਕਿਨ ਇਹ ਫਾਰਮੂਲਾ ਮਰਕਰੀ ਦੇ ਉੱਤੇ ਨਹੀਂ ਲੱਗਦਾ। ਜਦੋਂ ਮਰਕਰੀ ਆਪਣੇ ਸਨ ਦੇ ਅਰਾਊਂਡ ਘੁੰਮਦਾ ਹੈ ਤਾਂ these formulas when we apply these on Mercury ਤਾਂ the answer comes out to be wrong। ਤਾਂ ਮਰਕਰੀ ਦੇ ਉੱਤੇ ਇਹ ਫਾਰਮੂਲੇ ਅਪਲਾਈ ਨਹੀਂ ਹੁੰਦੇ, ਅਰਥ ਦੇ ਉੱਤੇ ਹੁੰਦੇ ਆ, ਅਰਥ ਦੇ ਉੱਤੇ ਲੱਗਦੇ ਆ, ਮਾਰਸ ਦੇ ਉੱਤੇ ਨਿਊਟਨ ਦੀ ਥਿਊਰੀ ਲੱਗਦੀ ਹੈ, ਲੇਕਿਨ ਮਰਕਰੀ ਦੇ ਉੱਤੇ ਨਿਊਟਨ ਦੀ ਥਿਊਰੀ ਫੇਲ ਹੋ ਜਾਂਦੀ ਹੈ। ਜਦੋਂ ਆਪਣੇ ਕੋਲੇ ਕੁਝ ਇਸ ਤਰ੍ਹਾਂ ਦੇ ਐਗਜ਼ਾਮਪਲਸ ਆਏ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਯਾਰ ਨਿਊਟਨ ਦੀ ਥਿਊਰੀ ਇਜ਼ ਨਾਟ ਐਬਸੋਲੂਟ। ਪੁਰਾਣੇ ਜ਼ਮਾਨੇ ਵਿੱਚ ਆਪਾਂ ਨੂੰ ਲੱਗਦਾ ਸੀ ਵੀ ਨਿਊਟਨ ਇਜ਼ ਫਿਜ਼ਿਕਸ ਐਂਡ ਫਿਜ਼ਿਕਸ ਇਜ਼ ਨਿਊਟਨ, ਠੀਕ ਹੈ, ਬਟ ਧੀਰੇ ਧੀਰੇ ਆਪਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਨਹੀਂ ਜੀ ਇਹ ਗੱਲ ਨਹੀਂ ਹੈਗੀ, ਇਹ ਬਿਲਕੁਲ ਗੱਲ ਗਲਤ ਹੈ, ਠੀਕ ਹੈ। ਦਿਸ ਕੇਮ ਆਊਟ ਟੂ ਬੀ ਨੋਨ ਇਨ ਲਾਈਕ ਨੀਅਰਲੀ 1872 ਦੇ ਵਿੱਚ ਆਪਣੇ ਕੋਲੇ ਇੱਕ ਨਵੀਂ ਥਿਊਰੀ ਆ ਗਈ, ਹੋਰ ਨਵੀਆਂ ਥਿਊਰੀਜ਼ ਆਪਣੇ ਕੋਲ ਬਣਨ ਲੱਗੀਆਂ। ਇਹਨਾਂ ਨੇ ਇਹ ਵਾਲੀ ਥਿਊਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਿਊਟਨ ਨੂੰ ਆਪਾਂ ਇੱਕ ਲਿਮਿਟ ਕਰਤਾ ਵੀ ਯਾਰ ਇੰਨਾ ਹੀ ਆ, ਤੂੰ ਇਦੋਂ ਜੇ ਅੱਗੇ ਜਾਵਾਂਗੇ ਤਾਂ ਨਿਊਟਨ ਕੁਝ ਨਹੀਂ, ਠੀਕ ਹੈ ਨਾ ਬੇਟਾ। ਚਲੋ ਜੀ, ਤਾਂ ਇਹ ਹੋ ਗਿਆ ਸਮਥਿੰਗ ਅਬਾਊਟ ਨਿਊਟਨ। ਹੁਣ ਚੱਲਦੇ ਆ ਆਪਾਂ ਅੱਗੇ। ਹੁਣ ਦੇਖੋ, ਹੁਣ ਆਪਾਂ ਨੇ ਹੁਣੇ ਗੱਲ ਔਰੰਗਜ਼ੇਬ ਦੀ ਆਪਾਂ ਗੱਲ ਕੀਤੀ ਸੀਗੀ, ਆਪਾਂ ਵਾਪਿਸ ਔਰੰਗਜ਼ੇਬ ਤੇ ਸ਼ਿਵਾਜੀ ਮਰਾਠਾ ਤੇ ਚੱਲਦੇ ਹਾਂ। ਹੁਣ ਇਹ ਦੋ ਆਪਣੇ ਕੋਲੇ ਕਿੰਗਡਮ ਸੀਗੇ ਉਸ ਵੇਲੇ, ਬਹੁਤ ਵੱਡੇ ਵੱਡੇ। ਪੰਜਾਬ ਦੇ ਵਿੱਚ ਉਦੋਂ ਆਪਣੇ ਕੋਲੇ ਰਾਜਾ ਨਹੀਂ ਸੀ ਕੋਈ, ਇਸ ਕਰਕੇ ਆਪਾਂ ਪੰਜਾਬ ਦਾ ਉਦਾਹਰਨ ਨਹੀਂ ਲੈਂਦੇ। ਔਰੰਗਜ਼ੇਬ ਤੇ ਸ਼ਿਵਾਜੀ। ਹੁਣ ਤੁਸੀਂ ਦੇਖੋ, ਔਰੰਗਜ਼ੇਬ ਦੀ ਪਾਲਿਸੀਆਂ ਅਲੱਗ ਸੀ, ਸ਼ਿਵਾਜੀ ਦੀ ਪਾਲਿਸੀ ਅਲੱਗ ਸੀ। ਔਰੰਗਜ਼ੇਬ ਦੇ ਉੱਥੇ ਜਿਹੜੇ ਜ਼ਮੀਨ ਦਿੰਦੇ ਸੀਗੇ ਤਾਂ ਉੱਥੇ ਕੋਈ ਅਲੱਗ ਤਰੀਕੇ 'ਚ ਦਿੰਦੇ ਹੋਣੇ ਆ ਵੀ ਔਰੰਗਜ਼ੇਬ ਦੀ ਵੀ ਆਪਾਂ ਦੇਖਾਂਗੇ ਬਾਹਾਂ ਕਿੰਨੀਆਂ ਚੌੜੀਆਂ। ਸ਼ਿਵਾਜੀ ਦੀ ਆਪਾਂ ਕਹਿੰਦੇ ਸ਼ਿਵਾਜੀ ਕਹੂਗਾ ਜੀ ਮੈਂ ਤਾਂ ਜੀ ਆਪਦੀਆਂ ਬਾਹਾਂ ਦੇਖੂਗਾ, ਮੇਰੀ ਬਾਹਾਂ ਦੀ ਲੈਂਥ ਇੰਨੀ ਹੈ, ਔਰੰਗਜ਼ੇਬ ਦੀ ਬਾਹਾਂ ਦੀ ਲੈਂਥ ਇੰਨੀ ਹੈ ਤਾਂ ਕੀ ਹੋ ਗਿਆ, ਮੇਰੀ ਬਾਹਾਂ ਦੀ ਲੈਂਥ ਇੰਨੀ, ਆਪਾਂ ਉਹਦੇ ਅਕੋਰਡਿੰਗ ਦੇਖਾਂਗੇ। ਤਾਂ ਇਹਨਾਂ ਨੇ ਆਪਦੀਆਂ ਸੈਨਾ ਮੇਨਟੇਨ ਕਰਨੀ ਹੈ। ਸੈਨਾ ਮੇਨਟੇਨ ਕਰਨ ਵਾਸਤੇ ਕੀ ਹੁੰਦਾ ਸੀ, ਆਰਮੀ ਨੂੰ ਮੇਨਟੇਨ ਕਰਨ ਵਾਸਤੇ ਉੱਥੇ ਬੜੇ ਸਿਸਟਮ ਹੁੰਦੇ ਸੀ ਵੀ ਆਰਮੀ ਜੇ ਤੇਰੇ ਕੋਲੇ ਇੰਨੇ ਬੰਦੇ ਆ ਨਾ, ਜੇ 100 ਬੰਦੇ ਦੀ ਟੁਕੜੀ ਤੈਨੂੰ ਦੇਤੀ ਤਾਂ ਤੈਨੂੰ ਇੰਨੇ ਗਜ ਜ਼ਮੀਨ ਮੈਂ ਦਊਂਗਾ ਜਿੱਥੇ ਤੂੰ ਆਪਦੀ ਸੈਨਾ ਨੂੰ ਮੇਨਟੇਨ ਕਰਨਾ ਹੈ। ਤਾਂ ਹੁਣ ਉੱਥੇ ਲੈਂਡ ਨੂੰ ਮੈਜਰ ਤਾਂ ਕਰਨਾ ਹੀ ਪਊਗਾ ਨਾ, ਲੈਂਡ ਨੂੰ ਆਪਾਂ ਨੂੰ ਮੈਜਰ ਕਰਨਾ ਪਊਗਾ। ਤੇ ਲੈਂਡ ਨੂੰ ਜੇ ਆਪਾਂ ਮੈਜਰ ਕਰਾਂਗੇ ਤਾਂ ਉਹਦੇ ਵਾਸਤੇ ਆਪਾਂ ਨੂੰ ਇੱਕ ਯੂਨਿਟ ਬਣਾਉਣਾ ਪਊਗਾ। ਔਰੰਗਜ਼ੇਬ ਕਹਿੰਦਾ ਮੇਰੀਆਂ ਬਾਹਾਂ ਇੱਕ ਯੂਨਿਟ ਆ, ਇੱਕ ਮੇਰੀ ਯੂਨਿਟ ਹੈ, 1 ਮੀਟਰ ਹੈ। ਸ਼ਿਵਾਜੀ ਕਹਿੰਦਾ ਜੀ ਮੈਂ ਆਪਦੀਆਂ ਬਾਹਾਂ ਲਊਂਗਾ। ਤਾਂ ਸਾਰਿਆਂ ਨੇ ਆਪਦੇ ਯੂਨਿਟ ਬਣਾਏ, ਤਾਂ ਇਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਯੂਨਿਟ ਸੀਗੇ। ਉਵੇਂ ਆਪਣੇ ਕੋਲੇ ਕਿਲੋ ਦਾ ਯੂਨਿਟ ਵੀ ਅਲੱਗ-ਅਲੱਗ ਸੀਗਾ। ਕੋਈ ਕਹਿੰਦਾ ਸੀ ਵੀ ਇੰਨੇ ਕਿਲੋ ਦੁੱਧ ਹੈ ਜਾਂ ਉਹਨੇ ਕਿਲੋ ਦੁੱਧ, ਉਹਦੇ ਚ ਅਲੱਗ-ਅਲੱਗ ਕਿਲੋ ਪੈਂਦਾ ਸੀ, ਕਿਤੇ ਏਕੜ ਜ਼ਮੀਨ ਚ ਹੁੰਦੀ ਹੈ, ਕਿਤੇ ਕੁਛ ਕਿਤੇ ਕੁਛ। ਤਾਂ ਆਪਣੇ ਵਾਸਤੇ ਇਹਨੂੰ ਆਪਾਂ ਇੱਕ ਸਟ੍ਰੀਮਲਾਈਨ ਸਿਸਟਮ ਆਪਾਂ ਬਣਾਉਣਾ ਚਾਹੁੰਦੇ ਹਾਂ। ਇਹੀ ਚੀਜ਼ ਹੋਈ ਜਦੋਂ ਆਪਾਂ ਯੂਰਪ ਦੀ ਗੱਲ ਕਰੀਏ। ਯੂਰਪ ਦੇ ਵਿੱਚ ਕੀ ਹੋਇਆ, ਯੂਨਾਈਟਿਡ ਕਿੰਗਡਮ ਨੇ ਆਪਦਾ ਇੱਕ ਸਿਸਟਮ ਬਣਾਤਾ। ਕਹਿੰਦੇ ਯਾਰ ਅਸੀਂ ਤਾਂ ਫੁੱਟਾਂ ਦੇ ਵਿੱਚ ਹੀ ਗੱਲ ਕਰਦੇ ਹਾਂ, ਸਾਡੇ ਕੋਲੇ ਕਿੰਨੇ ਫੁੱਟ ਹੈ, ਅਸੀਂ ਤਾਂ ਇਹ ਚੀਜ਼ ਦੇਖਦੇ ਹਾਂ। ਜਦੋਂ USA ਦੀ ਗੱਲ ਹੋਈ ਤਾਂ USA ਕਹਿੰਦਾ ਯਾਰ ਅਸੀਂ ਤਾਂ ਮੀਟਰਾਂ ਦੇ ਵਿੱਚ ਗੱਲ ਕਰਦੇ ਹਾਂ, ਠੀਕ ਹੈ ਨਾ। ਹੁਣ ਇਹ ਕਹਿੰਦੇ ਅਸੀਂ ਤਾਂ ਮਾਈਲਸ 'ਚ ਗੱਲ ਕਰਦੇ ਹਾਂ, ਮਾਈਲਸ ਆਪਣੇ ਤਾਂ ਮਾਈਲਸ ਹੈ ਹੀ ਕੁਝ ਨਹੀਂ, ਆਪਾਂ ਨੂੰ ਤਾਂ ਇੰਡੀਆ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਮਾਈਲਸ ਕੀ ਹੁੰਦਾ। ਤਾਂ ਆਪਾਂ ਕਿਹਾ ਜੀ ਅਸੀਂ ਤਾਂ ਜੀ ਕਿਲੋਮੀਟਰਾਂ 'ਚ ਦੇਖਦੇ ਹਾਂ ਜਾਂ ਮੀਟਰਾਂ 'ਚ ਦੇਖਦੇ ਹਾਂ, ਠੀਕ ਹੈ। ਹੁਣ ਇਹ ਫੁੱਟ ਦੇਖਦੇ ਆ। ਹੁਣ ਇੱਥੇ ਕਿਤੇ ਗ੍ਰਾਮ ਚਲਾ ਗਿਆ, ਕਹਿੰਦੇ ਅਸੀਂ ਤਾਂ ਜੀ ਗ੍ਰਾਮ 'ਚ ਗੱਲ ਕਰਾਂਗੇ। ਇਹ ਕਹਿੰਦੇ ਜੀ ਅਸੀਂ kg 'ਚ ਗੱਲ ਕਰਾਂਗੇ। ਤਾਂ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਸਿਸਟਮਸ ਇੱਥੇ ਬਣੇ। ਬਾਅਦ ਚੋਂ ਆਪਾਂ ਨੇ ਇਹਨਾਂ ਸਿਸਟਮਸ ਨੂੰ ਯੂਨਾਈਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਆਪਾਂ ਨਵਾਂ ਸਿਸਟਮ ਕ੍ਰੀਏਟ ਕੀਤਾ, ਐਂਡ ਦੈਟ ਸਿਸਟਮ ਇਜ਼ ਨੋਨ ਐਜ਼ SI ਸਿਸਟਮ। SI ਦਾ ਕੀ ਸਿਸਟਮ ਦਾ ਮਤਲਬ ਹੈ, ਸਿਸਟਮ ਇੰਟਰਨੈਸ਼ਨਲ। ਕੀ ਚੀਜ਼ ਹੈ ਇਹ, ਸਿਸਟਮ ਇੰਟਰਨੈਸ਼ਨਲ, ਠੀਕ ਹੈ ਨਾ। ਤਾਂ ਸਿਸਟਮ ਇੰਟਰਨੈਸ਼ਨਲ ਆਪਣੇ ਕੋਲੇ ਬਣ ਗਿਆ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਵੀ ਹਾਂ ਵੀ ਇਹ ਆਪਣਾ ਸਿਸਟਮ ਬਣੂਗਾ। ਬੇਟਾ ਸਮਝ ਲੱਗੀ ਜਾਂਦਾ ਨਾ, ਜਿੱਥੇ ਤੈਨੂੰ ਕੋਈ ਪ੍ਰੋਬਲਮ ਆਵੇ। ਹਾਂ, ਤੇਰੀ ਆਵਾਜ਼ ਕਿਉਂ ਗੂੰਜਣ ਲੱਗ ਗਈ, ਕਿਤੇ ਹੋਰ ਬਹਿ ਗਿਆ ਜਾ ਕੇ। ਚੱਲ ਕੋਈ ਨਹੀਂ। ਹੁਣ ਦੇਖੋ, ਹੁਣ ਇਹ ਤੋਂ ਅੱਗੇ ਚੱਲਦੇ ਹਾਂ ਆਪਾਂ। ਤਾਂ ਆਪਣੇ ਕੋਲੇ ਆ ਗਿਆ ਫਿਜ਼ੀਕਲ ਕੁਆਂਟੀਟੀਜ਼। ਹੁਣ ਫਿਜ਼ੀਕਲ ਕੁਆਂਟੀਟੀਜ਼ ਦੇ ਵਿੱਚ ਕੀ ਚੀਜ਼ ਬਣਦੀ ਹੈ। ਹੁਣ ਇੱਥੇ ਆਪਣੇ ਕੋਲ ਨਾ ਇੱਕ ਨਵਾਂ ਚੈਪਟਰ ਸਟਾਰਟ ਹੁੰਦਾ ਹੈ। ਤੁਹਾਨੂੰ ਜਿਹੜਾ ਤੇਰਾ ਫਿਜ਼ਿਕਸ ਵਾਲਾ ਜਿਹੜਾ ਚੈਪਟਰ ਜੋ ਖਤਮ ਹੋ ਗਿਆ, ਫਿਜ਼ੀਕਲ ਵਰਲਡ। So now we are going to start our new chapter, units, dimensions.
यूनिट डायमेंशंस एरर्स एंड मेजरमेंट, ये अपने चैप्टर का नाम है। यूनिट एंड डायमेंशंस ये अपना चैप्टर अद्धा चैप्टर ही है। तो यूनिट एंड डायमेंशंस आप चैप्टर हुण स्टार्ट करांगे। तो यूनिट एंड डायमेंशन की आऊगा देखो। तो यूनिट एंड डायमेंशन मैं तुहानूं दसता कि भी अपने कोले जी ऐ करके सिस्टम बनन लग गए, ठीक है ना। तो हुण जदों ये सिस्टम बने तो आह हुंदा है सिस्टम, इहनूं आपां कहंदे सिस्टम, MKS सिस्टम, CGS सिस्टम, FPS सिस्टम, इस तरह अपने कोले सिस्टम बनन लगे। स्टार्टिंग आपां करांगे सारी गल दी यूनिट्स तो, ते यूनिट्स तो आपां स्टार्ट करांगे। तो यूनिट आपां बनाउण वास्ते पहला तो आपां नूं बनाउणियां पैणीआं फिजिकल क्वांटिटीज। तो अपनी कुछ फिजिकल क्वांटिटीज अपने कोले बननियां चाहिदियां ने। तो न्यूटन कहता कि किहड़ियां-किहड़ियां फिजिकल क्वांटिटीज आपां नूं जनरली यूज होंदियां ने, जिवें कि मान लो आपां नूं लेंथ यूज हुंदा है, मास यूज हुंदा है, टाइम यूज हुंदा। अपने जिवें-जिवें आपां नूं लोड़ पैंदी रही आपां फिजिकल क्वांटिटीज बनाते रहे, एनर्जी बना लिया, फोर्स बना लिया, डेंसिटी बना लिया, वॉल्यूम बना लिया। धीरे-धीरे प्लैंक्स कांस्टेंट जदों साइंस बहुत ज़्यादा डेवलप हो गई, कोएफिशिएंट ऑफ विस्कोसिटी ते ये वो बहुत सारियां चीज़ां अपने कोले डेवलप होण लग गईयां। हुण अज भी जे अपने कोले कोई नवीं कोई चीज़ बन गई तो आपां इसे लिस्ट नूं आपां अगे ऐड कर देंगे। तकरीबन 100-200 अपने कोले चीज़ां बणीआं होईयां ने, ਉਹਦੇ ਵਿੱਚ ਹੀ ਆਪਾਂ ਚੀਜ਼ਾਂ ਨੂੰ ਐਡ ਕਰੀ ਜਾਵਾਂਗੇ। ਹੁਣ ਜਦੋਂ ਵੀ ਇੱਕ ਨਵੀਂ ਫਿਜ਼ੀਕਲ ਕੁਆਂਟੀਟੀ ਬਣਦੀ ਹੈ, ਠੀਕ ਹੈ, ਜਿਵੇਂ ਕਿ ਲੈਂਥ, ਪਹਿਲਾਂ ਤਾਂ ਆਪਾਂ ਇਹਨੂੰ ਨਾਮ ਦਿੱਤਾ ਤਾਂ ਫਿਜ਼ੀਕਲ ਕੁਆਂਟੀਟੀ ਬਣ ਗਈ। ਫਿਰ ਆਪਾਂ ਇਸ ਦਾ ਇੱਕ ਯੂਨਿਟ ਡਿਸਾਈਡ ਕਰਦੇ ਹਾਂ, ਯੂਨਿਟ ਡਿਸਾਈਡ ਕਰਦੇ ਉਵੇਂ ਹੀ ਉਸ ਤੋਂ ਬਾਅਦ ਆਪਾਂ ਉਸ ਦੀ ਇੱਕ ਡਾਇਮੈਂਸ਼ਨ, ਇੱਕ ਨਾਮ, ਇੱਕ ਚੀਜ਼ ਹੁੰਦੀ ਹੈ ਡਾਇਮੈਂਸ਼ਨ। ਫਿਰ ਆਪਾਂ ਡਾਇਮੈਂਸ਼ਨ ਵੀ ਉਹਦਾ ਡਿਸਾਈਡ ਕਰਾਂਗੇ। ਡਾਇਮੈਂਸ਼ਨ ਕੀ ਹੁੰਦਾ ਮੈਂ ਤੁਹਾਨੂੰ ਬਾਅਦ ਚ ਦੱਸੂਗਾ, ਪ੍ਰੈਜ਼ੈਂਟਲੀ ਆਪਾਂ ਯੂਨਿਟਸ ਤੇ ਕੰਸੈਂਟਰੇਟ ਕਰਾਂਗੇ। ਤਾਂ ਯੂਨਿਟ ਕੀ ਹੈ, ਆਪਾਂ ਉਸ ਚੀਜ਼ ਤੋਂ ਆਪਾਂ ਅੱਗੇ ਚੱਲਾਂਗੇ। ਹੁਣ ਯੂਨਿਟ ਨੇ ਕੀ ਕੀਤਾ, ਦੇਖੋ ਆਪਾਂ ਨੇ ਲੈਂਥ ਲਿੱਤੀ ਤਾਂ ਮੰਨ ਲਓ ਇੱਕ ਜਗ੍ਹਾ ਤੇ ਉਹਨੂੰ ਮੀਟਰ ਆਪਾਂ ਨੇ ਯੂਨਿਟ ਚੂਜ਼ ਕੀਤਾ, ਕਿਸੇ ਹੋਰ ਜਗ੍ਹਾ ਤੇ ਚਲੇ ਗਏ ਤਾਂ ਉੱਥੇ ਆਪਾਂ ਨੂੰ ਸੈਂਟੀਮੀਟਰ ਯੂਜ਼ ਕੀਤਾ, ਕਿਤੇ ਹੋਰ ਚਲੇ ਗਏ ਤਾਂ ਉੱਥੇ ਆਪਾਂ ਨੂੰ ਫੁੱਟ ਚੂਜ਼ ਕੀਤਾ। ਇਹ ਅਲੱਗ-ਅਲੱਗ ਸਿਸਟਮ ਬਣੀ ਗਏ। ਜਿਵੇਂ ਮੈਂ ਔਰੰਗਜ਼ੇਬ ਤੇ ਸ਼ਿਵਾਜੀ ਮਰਾਠਾ ਦਾ ਤੁਹਾਨੂੰ ਮੈਂ ਐਗਜ਼ਾਮਪਲ ਦੱਸਿਆ ਕਿ ਦੋਨੋਂ ਦਾ ਸਿਸਟਮ ਬਿਲਕੁਲ ਪੈਰਲਲ ਤੇ ਅਲੱਗ ਸੀਗਾ। ਉਵੇਂ ਹੁਣ ਆਪਾਂ ਮਾਸ ਦੀ ਗੱਲ ਕਰੀਏ ਤਾਂ ਕਿਤੇ ਤਾਂ ਆਪਾਂ ਕਿਲੋ ਦੇ ਵਿੱਚ ਗੱਲ ਕਰਾਂਗੇ, ਕਿਤੇ ਆਪਾਂ ਗ੍ਰਾਮ 'ਚ ਗੱਲ ਕਰਾਂਗੇ, ਕਿਤੇ ਆਪਾਂ ਪਾਉਂਡ 'ਚ ਗੱਲ ਕਰਾਂਗੇ। ਆਪਣੇ ਜਿਹੜੇ ਰੈਸਲਰ ਨੇ ਆਪਾਂ ਕਹਿੰਦੇ ਆ ਜੀ ਆ ਸੀਗਾ ਕੋਈ ਵੀ ਅੰਡਰਟੇਕਰ ਤੇ ਇਹ ਜਦੋਂ ਆਪਾਂ ਉਹਨਾਂ ਦੇ weight ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ weight ਜਿਹੜਾ ਨਾ ਪਾਉਂਡ ਦੇ ਵਿੱਚ ਦਿੱਤਾ ਹੁੰਦਾ, ਠੀਕ ਹੈ ਨਾ। मैं जो छोटा होंदा सी सोचदा हुंदा सी यार ये पाउंड च गल क्यों करदे, किलो च क्यों नहीं गल करदे, पाउंड की चीज़ होंदी पता ही नहीं है, ठीक है। ते ओ फिर आपां नूं फर्क पैंदा बस इन्ना ही। आ पाउंड च करदे आ, ये ग्राम च करदे आ, इत्थे आपां किलो च करदे आ। हुण जिहड़ी टाइम है इहदे वास्ते ये भी स्किंट है, ये भी स्किंट है ते ये भी स्किंट है। इस तरह अपने कोले बेटा एक सिस्टम बनन लग गया। जिहड़ा ये सिस्टम है इहनूं आपां कहंदे सिस्टम ऑफ यूनिट्स। ये वाले सिस्टम नूं आपां नाम दित्ता MKS, ये वाला सिस्टम नाम दिता CGS, ते ये वाला सिस्टम नाम दिता अपने FPS। दिस इज हाउ वी नेम आवर सिस्टम्स, ठीक है ना। एक बन गया अपने कोले MKS, ठीक है, एक बन गया अपने कोले CGS, एक बन गया अपने कोले FPS। इस तरह अपने कोले सिस्टम बनन लग गए, ठीक है। हुण देखो हुण जिहड़ा ਜਿਹੜੇ ਆ ਗਏ એનર્ਜੀ ਫੋਰਸ ਤੇ ਉਹ ਇਹ ਐਂ ਤਾਂ ਵਧੀ ਜਾਣਗੇ ਜਿੰਨੇ ਮਰਜ਼ੀ ਆਪਾਂ ਇਹਨੂੰ ਵਧਾਈ ਚੱਲੀਏ। ਇਹ ਕੀ ਹੁੰਦੇ ਆ, ਇਹ ਇਹਨਾਂ ਨੂੰ ਯੂਜ਼ ਕਰਕੇ ਬਣਦੇ ਆ। ਜਿਵੇਂ ਕਿ ਫੋਰਸ ਦਾ ਜੇ ਯੂਨਿਟ ਬਣਦਾ ਹੈ ਤਾਂ ਉਹ ਆਪਣੇ ਕੋਲੇ ਬਣਦਾ kg × ਮੀਟਰ ਪਰ ਸੈਕਿੰਡ ਸਕੁਅਰ। ਫੰਡਾਮੈਂਟਲ ਯੂਨਿਟ ਕਿਹੜੇ ਬਣ ਗਏ, kg ਬਣ ਗਿਆ, ਮੀਟਰ ਬਣ ਗਿਆ ਤੇ ਸਕਿੰਟ ਬਣ ਗਿਆ। ਦਿਸ ਇਜ਼ ਵੇਅਰ ਵੀ ਵਿਲ ਇੰਟਰੋਡਿਊਸ ਯੂ ਵਿਦ ਫੰਡਾਮੈਂਟਲ ਯੂਨਿਟਸ। ਤਾਂ ਹੁਣ ਮੈਂ ਤੈਨੂੰ ਕੀ ਕੁਝ ਦੱਸ ਚੁੱਕਿਆ ਕਿ ਵੀ ਸਭ ਤੋਂ ਪਹਿਲਾਂ ਆਪਣੇ ਕੋਲੇ ਫਿਜ਼ੀਕਲ ਕੁਆਂਟੀਟੀ ਬਣੂਗੀ, ਫਿਰ ਆਪਾਂ ਉਸ ਦੇ ਯੂਨਿਟ ਬਣਾਵਾਂਗੇ। ਯੂਨਿਟ ਦੇ ਵਿੱਚ ਆਪਣੇ ਕੋਲੇ ਸਿਸਟਮ ਬਣੂਗਾ। ਸਿਸਟਮ ਦੇ ਵਿੱਚੋਂ ਆਪਾਂ ਕਿਹੜਾ ਸਿਸਟਮ ਚੂਜ਼ ਕਰਦੇ ਹਾਂ ਤੁਹਾਡੀ ਮਰਜ਼ੀ ਹੈ, ਠੀਕ ਹੈ। ਆਪਾਂ ਇਹਦੇ ਵਿੱਚ ਆਪਣੇ ਕੋਲੇ ਮੀਟਰ, kg ਤੇ ਆਪਣੇ ਕੋਲੇ ਆਹ ਚੀਜ਼ ਬਣੀ ਹੋਈ ਹੈ। ਹੁਣ ਚੱਲਦੇ ਆਪਾਂ ਅੱਗੇ, ਚਲੋ ਜੀ। ਲਓ ਜੀ, ਹੁਣ ਆਪਣੇ ਕੋਲੇ ਡਾਇਮੈਂਸ਼ਨਸ ਆਉਂਦੇ ਆ, ਠੀਕ ਹੈ। ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ, ਵੇਟ ਅ ਮਿੰਟ। ਹਾਂ, ਫੰਡਾਮੈਂਟਲ ਯੂਨਿਟਸ ਦੀ ਗੱਲ। ਹੁਣ ਦੇਖੋ ਬੇਟਾ, ਆਪਾਂ ਨੇ ਡਾਇਮੈਂਸ਼ਨਸ ਜਦੋਂ ਬਣਾਏ, ਹੁਣ ਡਾਇਮੈਂਸ਼ਨਸ ਕੀ ਹੁੰਦੇ ਆਪਾਂ ਉਹ ਵੀ ਦੱਸਾਂਗੇ। ਵੇਟ ਅ ਮਿੰਟ, ਪਹਿਲਾਂ ਆਪਾਂ ਡਾਇਰੈਕਟ ਇੱਥੇ ਜੰਪ ਕਰਦੇ ਹਾਂ, ਡਾਇਮੈਂਸ਼ਨ ਨੂੰ ਬਾਅਦ ਚ ਦੇਖਦੇ ਹਾਂ। ਹੁਣ ਤੁਸੀਂ ਦੇਖੋ ਫੰਡਾਮੈਂਟਲ ਕੁਆਂਟੀਟੀਜ਼। ਨਾਓ ਆਪਾਂ ਨੇ ਕੀ ਕੀਤਾ, ਕੁਝ ਕੁਆਂਟੀਟੀਜ਼ ਨੂੰ ਆਪਾਂ ਨੇ ਫੰਡਾਮੈਂਟਲ ਘੋਸ਼ਿਤ ਕਰਤਾ ਵੀ ਇਹ ਫੰਡਾਮੈਂਟਲ ਨੇ।
ਫੰਡਾਮੈਂਟਲ ਮਤਲਬ ਵੀ ਯਾਰ ਇਹ ਚੀਜ਼ਾਂ ਨੂੰ ਯੂਜ਼ ਕਰਕੇ ਆਪਾਂ ਇੱਕ ਨਵਾਂ ਯੂਨਿਟ ਕ੍ਰੀਏਟ ਕਰ ਸਕਦੇ ਹਾਂ। ਜਿਵੇਂ ਕਿ ਫੋਰਸ ਦਾ ਯੂਨਿਟ ਕ੍ਰੀਏਟ ਕਰਨਾ ਹੈ ਤਾਂ ਤੁਸੀਂ ਕਿਲੋਮੀਟਰ ਤੇ ਇਹਨਾਂ ਦੀ, ਜਿਵੇਂ ਸਪੀਡ ਦਾ ਯੂਨਿਟ ਕੀ ਹੁੰਦਾ ਹੈ? हाँ भी पुत पता है, मीटर पर सेकेंड, किलोमीटर पर आवर। हाँ बेटा, लिसनिंग और नॉट? हाँ बच्चे की हो गया दसो। राजदीप सर वो पापा फोन आ रही है। अच्छा 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 अच्छा, चलो कोई गल नहीं, हुण तां ठीक है। बेटा स्पीड दे यूनिट तो तैनूं पता ही होने हैं। ਹੁਣ ਜਿਵੇਂ ਸਪੀਡ ਦੇ ਯੂਨਿਟ ਆ ਗਏ ਮੀਟਰ ਪਰ ਸੈਕਿੰਡ। ਹੁਣ ਮੀਟਰ ਪਰ ਸੈਕਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੇ ਇਹ ਵਾਲਾ ਮੀਟਰ ਯੂਜ਼ ਕਰ ਲਿਆ ਤੇ ਇੱਥੋਂ ਦੀ ਆਪਾਂ ਸੈਕਿੰਡ ਯੂਜ਼ ਕਰ ਲਿਆ, ਤਾਂ ਸਪੀਡ ਆਪਣੀ ਫੰਡਾਮੈਂਟਲ ਨਹੀਂ ਹੈ। ਫੰਡਾਮੈਂਟਲ ਕੌਣ ਹੈ? ਫੰਡਾਮੈਂਟਲ ਹੈ ਆਪਣੇ ਕੋਲੇ ਇੱਕ ਮੀਟਰ ਤੇ ਇੱਕ ਸਕਿੰਟ, ਇਹ ਆਪਣੇ ਕੋਲੇ ਫੰਡਾਮੈਂਟਲ ਚੱਲ ਜਾਂਦੇ ਆ। ਤਾਂ ਆਪਾਂ ਨੇ ਕੀ ਕੀਤਾ, ਫੰਡਾਮੈਂਟਲ ਕੁਆਂਟੀਟੀਜ਼ ਨੂੰ ਆਪਾਂ ਕ੍ਰੀਏਟ ਕੀਤਾ। ਆਪਾਂ ਕਿਹਾ ਕਿ these quantities are fundamental for us। Now what are these quantities? ਆਪਾਂ ਇਸ ਚੀਜ਼ ਨੂੰ ਦੇਖਦੇ ਹਾਂ ਕਿਹੜੇ ਕੁਆਂਟੀਟੀ ਨੂੰ ਆਪਾਂ ਫੰਡਾਮੈਂਟਲ ਕਿਹਾ। ਇਹ ਪੁੱਤ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਆਪਣੇ ਕੋਲੇ ਸਿਸਟਮ ਸਟਾਰਟ ਹੋ ਚੁੱਕਿਆ ਹੈ ਤੇ ਇਹ ਜੋ ਕੁਐਸਚਨ ਹੈਗਾ ਇਹ ਤੁਹਾਡੇ ਬੋਰਡ ਦੇ ਐਗਜ਼ਾਮ ਦੇ ਵਿੱਚ ਜਾਂ 11ਵੀਂ ਦੇ ਐਗਜ਼ਾਮ ਦੇ ਵਿੱਚ ਪੱਕੇ ਤੌਰ ਤੇ ਆਉਂਦਾ, ਠੀਕ ਹੈ, ਕਿਉਂਕਿ ਪਹਿਲੀ ਚੀਜ਼ ਸੌਖੀ ਹੈ, ਬੱਚਿਆਂ ਨੂੰ ਆਉਂਦਾ ਹੁੰਦਾ ਹੈ, ਬੱਚਾ ਪਾਸ ਹੋ ਜਾਂਦਾ ਹੈ। ਇਹ ਇੰਪੋਰਟੈਂਟ ਹੈ ਚੀਜ਼, ਇਸ ਕਰਕੇ ਇਹਨੂੰ ਯਾਦ ਰੱਖਣੀ ਹੈ। ਫੰਡਾਮੈਂਟਲ ਕੁਆਂਟੀਟੀਜ਼ ਆਪਣੇ ਕੋਲ ਟੋਟਲ ਫੰਡਾਮੈਂਟਲ ਕੁਆਂਟੀਟੀਜ਼ 7 ਨੇ। ਕਿਹੜੀਆਂ? ਪਹਿਲੀ ਫੰਡਾਮੈਂਟਲ ਕੁਆਂਟੀਟੀ ਹੈ ਲੈਂਥ ਤੇ ਇਹਦਾ ਯੂਨਿਟ ਹੈ ਆਪਣੇ ਕੋਲੇ ਮੀਟਰ, ਠੀਕ ਹੈ। ਇਹ ਆਪਾਂ ਨੇ SI ਯੂਨਿਟ ਸਿਸਟਮ ਬਣਾਇਆ ਹੈ। SI ਯੂਨਿਟਸ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ, ਤਾਂ SI ਯੂਨਿਟ ਦੇ ਵਿੱਚ ਆਪਣੇ ਕੋਲ ਇੱਥੇ ਯੂਨਿਟ ਬਣ ਗਿਆ ਮੀਟਰ। ਜਿਹੜਾ ਮਾਸ ਹੈ ਉਹਦੇ ਵਿੱਚ ਆਪਣੇ ਕੋਲ ਯੂਨਿਟ ਬਣ ਜਾਊਗਾ kg। ਜਿਹੜਾ ਟਾਈਮ ਹੈ ਇਹਦੇ ਵਾਸਤੇ ਬਣ ਗਿਆ ਸੈਕਿੰਡ। ਹੋਰ ਕਿਹੜੀਆਂ ਆ? ਲੈਂਥ, ਮਾਸ, ਟਾਈਮ ਤਾਂ ਆਪਾਂ ਨੂੰ ਯਾਦ ਹੀ ਰਹਿੰਦੀਆਂ, ਭੁੱਲਦੇ ਨਹੀਂ, ਲੇਕਿਨ ਬਾਕੀ ਭੁੱਲ ਜੰਨੇ ਆ ਬੇਟਾ, ਤੁਸੀਂ ਭੁੱਲਣੀਆਂ ਨਹੀਂ, ਇਹ ਗੱਲ ਯਾਦ ਰੱਖਿਓ। ਇਹ ਚਾਰੋਂ। ਨੈਕਸਟ ਆ ਗਈ ਆਪਣੇ ਕੋਲੇ 4 ਨੰਬਰ ਟੈਂਪਰੇਚਰ, ਠੀਕ ਹੈ ਜੀ। ਟੈਂਪਰੇਚਰ ਦੇ ਵਾਸਤੇ ਆਪਣਾ ਇੱਕ ਯੂਨਿਟ ਹੁੰਦਾ ਜੀ ਕੈਲਵਿਨ। ਇਹਦੇ ਹੋਰ ਕਿਹੜੇ ਯੂਨਿਟ ਹੁੰਦੇ ਆ? ਡਿਗਰੀ ਸੀ ਹੋ ਸਕਦਾ ਹੈ, ਡਿਗਰੀ ਫਾਰਨਹਾਈਟ ਹੋ ਸਕਦਾ ਹੈ, ਹੋਰ ਬਹੁਤ ਸਾਰੇ ਯੂਨਿਟ ਹੁੰਦੇ ਆ, ਲੇਕਿਨ ਆਪਾਂ ਜਿਹੜਾ SI ਦੇ ਵਿੱਚ ਆਪਾਂ ਯੂਜ਼ ਕੀਤਾ ਉਹਨੂੰ ਆਪਾਂ ਕਿਹਾ ਕੈਲਵਿਨ। ਵਾਟ ਇਜ਼ ਕੈਲਵਿਨ ਯੂਨਿਟ, ਹਾਊ ਇਟ ਇਜ਼ ਯੂਜ਼ਡ, ਆਪਾਂ ਅੱਗੇ ਦੀ ਫਿਜ਼ਿਕਸ ਚ ਡਿਟੇਲ ਚ ਪੜਾਂਗੇ, ਡੋਂਟ ਵਰੀ। ਲੂਮੀਨਸ ਇੰਟੈਂਸਿਟੀ। ਲੂਮੀਨਸ ਇੰਟੈਂਸਿਟੀ ਦਾ ਮਤਲਬ ਹੈ ਕਿ ਤੇਰੀ ਲਾਈਟ, ਤੇਰਾ ਜਿਹੜਾ ਬਲਬ ਹੈ ਉਹ ਕਿੰਨਾ ਵਧੀਆ ਚਮਕ ਰਿਹਾ ਹੈ, ਕਿੰਨਾ ਵਧੀਆ ਚੱਲ ਰਿਹਾ ਹੈ, ਉਹਦਾ ਯੂਨਿਟ ਹੈ ਲੂਮਨ। ਹੁਣ ਅੱਜ ਤੁਸੀਂ ਜੇ ਬਲਬ ਲੈਣ ਜਾਓ, ਇਹ ਬੜੀ ਪ੍ਰੋਬਲਮ ਆਉਂਦੀ ਹੈ। ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਨਾ, ਇੱਕ ਹੁੰਦਾ ਸੀ 60 ਵਾਟ ਦਾ ਬਲਬ, ਇੱਕ ਹੁੰਦਾ ਸੀ 100 ਵਾਟ ਦਾ ਬਲਬ। ਆਪਾਂ ਕਹਿੰਦੇ ਸੀ ਯਾਰ ਮੈਨੂੰ ਤਾਂ ਬਲਬ ਚਾਹੀਦਾ ਜਿਹੜਾ ਬਾਹਲਾ ਜ਼ਿਆਦਾ ਚਮਕੇ, ਵਿਹੜੇ ਚਲਾਉਣਾ, ਤਾਂ ਆਪਾਂ ਕਹਿੰਦੇ ਵੀ 100 ਵਾਟ ਦਾ ਬਲਬ ਲੈ ਕੇ ਆਓ। ਆਪਾਂ ਨੂੰ ਪਤਾ ਲੱਗ ਜਾਂਦਾ ਵੀ 100 ਵਾਟ ਦਾ ਬਲਬ ਲਾਵਾਂਗੇ ਸਾਰਾ ਵਿਹੜਾ ਜਗਮਾ ਜਾਣਾ। ਲੇਕਿਨ ਜੇ ਤੁਸੀਂ ਕਮਰੇ 'ਚ ਲਗਾਉਣਾ ਤਾਂ ਤੁਸੀਂ ਕਹੋਗੇ ਕਿ 60 ਵਾਟ ਦਾ ਬਲਬ ਲਾਓ। ਤਾਂ ਉਹ ਐਕਚੁਅਲ 'ਚ ਵਾਟੇਜ ਤਾਂ ਹੈਗੀ ਆ, ਪਾਵਰ ਦਾ ਯੂਨਿਟ। ਪਾਵਰ ਨੂੰ ਤੁਸੀਂ ਲਾਈਟ ਇੰਟੈਂਸਿਟੀ ਦੇ ਨਾਲ ਕਨਫਿਊਜ਼ ਕਰ ਰਹੇ ਸੀ, ਰਿਲੇਟ ਕਰ ਰਹੇ ਸੀ, ਡਾਇਰੈਕਟਲੀ ਪ੍ਰੋਪੋਰਸ਼ਨਲ ਸੀ। ਤੁਸੀਂ ਕਿਹਾ ਕਿ ਯਾਰ ਜਿੰਨੀ ਪਾਵਰ ਜ਼ਿਆਦਾ ਉਨੀ ਲਾਈਟ ਜ਼ਿਆਦਾ। ਬਟ ਹੁਣ ਆਪਾਂ ਨੂੰ ਪ੍ਰੋਬਲਮ ਹੋ ਗਈ, ਕਿਉਂਕਿ ਹੁਣ ਆਪਣੇ ਕੋਲੇ ਆ ਵਾਲੇ ਬਲਬਾਂ ਦਾ ਟਾਈਪ ਚੇਂਜ ਹੋ ਗਿਆ। ਹੁਣ ਆਪਾਂ LED ਬਲਬ ਯੂਜ਼ ਕਰਨ ਲੱਗ ਗਏ। ਹੁਣ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਨਾਓ ਵੀ ਹੈਵ ਸਟਾਰਟਡ ਯੂਜ਼ਿੰਗ LEDs, ਤਾਂ ਜਿਹਦੇ ਕਰਕੇ ਜਿਹੜੀ 60 ਵਾਟ ਦੀ LED ਬਲਬ ਤਾਂ ਮਾਰਕੀਟ 'ਚ ਅਵੇਲੇਬਲ ਹੀ ਨਹੀਂ ਹੁੰਦਾ। ਇੱਕ ਤਰ੍ਹਾਂ ਐਂ ਲਾ ਲਓ, ਜੇ ਤੁਸੀਂ ਕਹੋ ਜੇ ਮੈਂ 100 ਵਾਟ ਦਾ LED ਬਲਬ ਲੈਣਾ ਤਾਂ ਮਾਰਕੀਟ ਦੁਕਾਨਦਾਰ ਤੁਹਾਡੇ ਮੂੰਹ ਦੀ ਤਰਫ ਦੇ ਦਿੰਦਾ ਵੀ ਯਾਰ 100 ਵਾਟ ਦਾ ਬਲਬ ਐਡਾ ਵੱਡਾ, ਇਟ ਹੈਜ਼ ਬਿਕਮ ਦੈਟ ਬਿਗ ਨਾਓ। ਵਾਈ? ਕਿਉਂਕਿ ਉਹ ਬੜੇ ਘੱਟ ਵਾਟ ਦੇ ਵਿੱਚ, 10 ਵਾਟ ਦੇ ਵਿੱਚ ਹੀ ਉਹ ਤੁਹਾਨੂੰ 60 ਵਾਟ ਵਾਲੀ એનર્ਜੀ ਦਿੰਦਾ, ਲਾਈਟ ਦਿੰਦਾ। ਤਾਂ ਬੇਸਿਕਲੀ LED ਜਦੋਂ ਤੁਸੀਂ ਲੈਣ ਜਾਓਗੇ ਤਾਂ ਤੁਹਾਨੂੰ 10 ਵਾਟ ਦੇ ਬਲਬ ਨਾਲ ਹੀ ਤੁਹਾਡਾ ਕੰਮ ਸਰ ਜਾਏਗਾ। ਓਹੋ, ओके वेट ए मिनट, चलो। हाँ भी राजदीप किवें बाहर चला गया? सर वो गलती ਨਾਲ ਡਿਸਕਨੈਕਟ ਹੋ ਗਿਆ ਸੀ। चलो कोई गल नहीं। ओके ਹੁਣ ਦੇਖੋ ਤੁਸੀਂ, ਹੁਣ ਆਪਾਂ ਨੇ ਆਪਣੇ ਕੋਲ ਯੂਨਿਟ ਆ ਗਈ, ਠੀਕ ਹੈ। ਤਾਂ ਆਪਾਂ ਹੁਣ LED ਦੇ ਜੇ ਬਲਬ ਲੈਣ ਜਾਵਾਂਗੇ ਨਾ ਤਾਂ ਵਾਟੇਜ ਦੇ ਅਕੋਰਡਿੰਗ ਨਹੀਂ ਲੈ ਕੇ ਆਉਂਦੇ, ਉਹਨੂੰ ਆਪਾਂ ਲੂਮਨ ਦੇ ਅਕੋਰਡਿੰਗ ਲੈ ਕੇ ਆਉਂਦੇ। ਆਪਾਂ ਕਹਿੰਦੇ ਯਾਰ ਇਹ ਇੰਨੇ ਲੂਮਨ ਹੈ, ਇੰਨੇ ਲੂਮਨ ਹੈ। ਤਾਂ ਨਾਓ Indians also they have started using this lumen terminology। ਹੁਣ ਆਪਾਂ ਵਾਟੇਜ ਨਹੀਂ ਜਾਂਦੇ, ਤਾਂ ਜਿਹਦੇ ਕਰਕੇ ਇਹ ਵਾਲਾ ਯੂਨਿਟ ਵੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ।
ਤਾਂ ਲਾਈਟ ਦੀ ਜਿਹੜੀ ਇੰਟੈਂਸਿਟੀ ਆ ਉਹ ਆਪਾਂ ਵਾਟ 'ਚ ਨਹੀਂ ਲੈਂਦੇ, ਉਹ ਆਪਾਂ ਲੂਮਨ 'ਚ ਲੈਂਦੇ ਆ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। ਇਦੋਂ ਅੱਗੇ ਚੱਲਦੇ ਆ। ਹੁਣ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕਰੰਟ। ਕਰੰਟ ਵੀ ਇੱਕ ਇਹੋ ਜਿਹਾ ਯੂਨਿਟ ਹੈ, ਹੁਣ ਤੁਸੀਂ ਦੇਖੋ ਇਹਦਾ ਯੂਨਿਟ ਬਣ ਜਾਂਦਾ ਐਂਪੀਅਰ। ਤਾਂ ਕਰੰਟ ਆਪਣੇ ਕੋਲੇ ਇੱਕ ਇਹੋ ਜਿਹਾ ਫਿਜ਼ੀਕਲ ਕੁਆਂਟੀਟੀ ਹੈ ਜਿਹਨੂੰ ਤੁਸੀਂ ਮੀਟਰਸ ਦੇ ਵਿੱਚ ਗੱਲ ਨਹੀਂ ਕਰ ਸਕਦੇ। ਆਪਾਂ ਕਹੀਏ ਕਿ ਤਾਰ ਦੇ ਵਿੱਚ ਜੀ ਕਰੰਟ ਚੱਲਿਆ, ਤੁਸੀਂ ਮੇਰੇ ਤੋਂ ਅਗਲਾ ਸਵਾਲ ਪੁੱਛੋ ਜੀ ਕਿੰਨੇ ਕਿਲੋ ਕਰੰਟ ਚੱਲਿਆ, ਕਰੰਟ ਕਿਲੋ 'ਚ ਨਹੀਂ ਹੁੰਦਾ। ਆਪਾਂ ਕਹੀਏ ਕਿੰਨੇ ਲੀਟਰ ਕਰੰਟ ਹੈ, ਕਰੰਟ ਇਜ਼ ਨਾਟ ਇਨ ਮੀਟਰ ਕਿਊਬ, ਲੀਟਰ, ਕਿਲੋ। ਉਹਦੇ ਵਾਸਤੇ ਆਪਾਂ ਇੱਕ ਅਲੱਗ ਯੂਨਿਟ ਕ੍ਰੀਏਟ ਕੀਤਾ ਐਂਡ ਦੈਟ ਯੂਨਿਟ ਵਾਸ ਐਂਪੀਅਰ। ਤੇ ਇਸ ਨੂੰ ਆਪਾਂ ਨੇ ਫੰਡਾਮੈਂਟਲ ਯੂਨਿਟ ਮੰਨਿਆ, ਠੀਕ ਹੈ ਨਾ। ਕਰੰਟ ਕੈਨੋਟ ਬੀ ਡਰਾਈਵਡ ਇਨ ਦੀ ਟਰਮਸ ਆਫ ਮੀਟਰ, ਕੇਜੀ ਐਂਡ ਸੈਕਿੰਡ। ਹੁਣ ਜੇ ਮੈਂ ਗੱਲ ਕਰਾਂ, ਇੱਕ ਆਪਣੇ ਕੋਲੇ 7ਵਾਂ ਯੂਨਿਟ ਹੋਰ ਆਉਂਦਾ ਬੇਟਾ ਕਰੰਟ ਨੂੰ, ਚਲੋ ਆਪਾਂ ਡਿਟੇਲ 'ਚ ਪੜਾਂਗੇ। 7ਵਾਂ ਯੂਨਿਟ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ ਬਈ, not from paper exam point of view but from understanding point of view, because ਜਿਹੜਾ 7ਵਾਂ ਯੂਨਿਟ ਹੈ ਨਾ, ਇਹ ਕੈਮਿਸਟਰੀ ਦੇ ਵਿੱਚ ਜ਼ਿਆਦਾ ਪੜ੍ਹਦੇ ਆ, ਫਿਜ਼ਿਕਸ ਦੇ ਵਿੱਚ ਘੱਟ ਪੜ੍ਹਨ ਨੂੰ ਮਿਲਦਾ ਹੈ। ਇਸ ਕਰਕੇ ਇਹ ਬੱਚਿਆਂ ਨੂੰ ਕਲੀਅਰ ਨਹੀਂ ਹੁੰਦਾ। ਕੁਆਂਟੀਟੀ ਆਫ ਮੈਟਰ, ਇਹ ਆਪਣਾ ਮੇਨ ਸਿਸਟਮ ਹੈ, ਕੁਆਂਟੀਟੀ ਆਫ ਮੈਟਰ। ਹੁਣ ਤੁਸੀਂ ਕਹੋਗੇ ਸਰ ਕੁਆਂਟੀਟੀ ਆਫ ਮੈਟਰ ਜਿਹੜਾ ਹੈ ਬਈ ਇਹ ਕਿਵੇਂ, ਮਤਲਬ ਆਪਾਂ ਨੇ ਇਹ ਕਿਉਂ ਬਣਾਇਆ? ਕਿਉਂਕਿ ਆਪਣੇ ਕੋਲ ਇੱਥੇ ਮਾਸ ਹੈਗਾ, ਤਾਂ ਮਾਸ ਦਾ ਮਤਲਬ ਵੀ ਤਾਂ ਕੁਆਂਟੀਟੀ ਆਫ ਮੈਟਰ ਹੀ ਹੁੰਦਾ। ਮਾਸ ਦਾ ਆਪਾਂ ਕੀ ਮਤਲਬ ਸਮਝਦੇ ਆ? ਆਪਾਂ ਨੂੰ ਲੱਗਦਾ ਹੈ ਮਾਸ ਦਾ ਮਤਲਬ ਹੈ ਕਿ ਉਹਦੇ ਵਿੱਚ ਕਿੰਨਾ ਗੁੱਦਾ ਭਰਿਆ ਹੋਇਆ ਕਿਸੇ ਚੀਜ਼ ਦੇ ਵਿੱਚ। ਕੋਈ ਬੰਦਾ, ਕੋਈ ਚੀਜ਼ ਹੈਗੀ ਹੈ, ਆਪਾਂ ਦੇਖੀਏ ਕੋਈ ਆਬਜੈਕਟ, ਉਹਦੇ ਵਿੱਚ ਕਿੰਨਾ ਮਟੀਰੀਅਲ ਹੈ, that is known as mass। ਲੇਕਿਨ ਇਹ ਜਿਹੜਾ ਮਾਸ ਹੈ ਆਪਣੇ ਕੋਲੇ, ਮਾਸ ਆਏ ਨਹੀਂ ਆਉਂਦਾ, ਠੀਕ ਹੈ। ਇਹ ਜਿਹੜਾ ਮਾਸ ਹੈ ਇਹ ਅਲੱਗ ਹੈ। ਇਹ ਆਪਣੇ ਕੋਲੇ ਹੁੰਦਾ ਕੁਆਂਟੀਟੀ ਆਫ ਮੈਟਰ, ਇਹਦੇ ਯੂਨਿਟ ਹੈ ਮੋਲ। ਤਾਂ ਤੁਸੀਂ ਕੈਮਿਸਟਰੀ ਦੇ ਵਿੱਚ ਮੋਲ ਤੁਸੀਂ ਪੜਿਆ ਹੋਣਾ, 1 ਮੋਲ 2 ਮੋਲ, ਆਪਾਂ ਕਹਿੰਦੇ ਵੀ ਐਨੇ ਮੋਲ ਸੀਗਾ ਜੀ, ਕੈਮੀਕਲ ਉਹਨੇ ਮੋਲ ਸੀਗਾ। ਤਾਂ ਆ ਜਿਹੜੇ ਮੋਲ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਮੋਲ ਬਣ ਜਾਂਦਾ ਹੈ। ਤੇ ਜਿਹੜਾ ਆਹ ਵਾਲਾ ਮਾਸ ਹੈ ਇਹ ਕੇਜੀ 'ਚ ਹੈ। ਆਹ ਮਾਸ ਜਿਹੜਾ ਹੈ ਇਹ ਤਾਂ ਆਪਾਂ ਜ਼ਿਆਦਾਤਰ ਫਿਜ਼ਿਕਸ ਦੇ ਵਿੱਚ ਯੂਜ਼ ਕਰਦੇ ਹਾਂ, ਤੇ ਜਿਹੜੀ ਆ ਮੋਲ ਦਾ ਜਿਹੜਾ ਕਨਸੈਪਟ ਹੈ ਇਹ ਜ਼ਿਆਦਾਤਰ ਆਪਾਂ ਕੈਮਿਸਟਰੀ ਦੇ ਵਿੱਚ ਯੂਜ਼ ਕਰਦੇ ਹਾਂ। ਸਾਇੰਟਿਸਟ ਗ੍ਰੇਡ ਦੇ ਜਿਹੜੇ ਬੰਦੇ ਆ ਉਹਨਾਂ ਦੇ ਵਾਸਤੇ ਫਿਜ਼ਿਕਸ ਤੇ ਕੈਮਿਸਟਰੀ ਦੇ ਵਿੱਚ ਕੋਈ ਫਰਕ ਨਹੀਂ ਹੈ। ਦੇ ਆਰ ਸਾਇੰਟਿਸਟ, ਉਹਨਾਂ ਨੇ ਤਾਂ ਪੜ੍ਹਾਈ ਕਰਨੀ ਹੈ, ਕੋਈ ਮਰਜ਼ੀ ਕਰਾ ਲਓ। ਲੇਕਿਨ ਆਪਾਂ ਨੂੰ ਲੱਗਦਾ ਯਾਰ ਫਿਜ਼ਿਕਸ ਤੇ ਕੈਮਿਸਟਰੀ ਫਰਕ ਹੈ, ਫਰਕ ਨਹੀਂ ਹੁੰਦਾ। ਲੇਕਿਨ ਆਪਾਂ ਇੱਥੇ ਫਿਜ਼ਿਕਸ ਦੇ ਵਿੱਚ ਕੇਜੀ ਯੂਜ਼ ਕਰਾਂਗੇ ਤੇ ਕੈਮਿਸਟਰੀ ਦੇ ਵਿੱਚ ਯੂਜ਼ ਕਰਾਂਗੇ ਮੋਲ। ਇਹਨਾਂ ਦਾ ਵੀ ਅੱਗੇ ਉੱਥੇ ਹੁੰਦਾ ਸਿਸਟਮ, ਉਹ ਗੱਲ ਵੱਖਰੀ ਹੈ। ਮੋਲ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ 1 ਮੋਲ is equal to Avogadro number like 6.023 into 10 raised power 23 number of atoms, ਜਾਂ ਨੰਬਰ ਆਫ ਯੂਨਿਟਸ, ਨੰਬਰ ਆਫ ਮੋਲੀਕਿਊਲਸ, ਜਾਂ ਕੁਝ ਵੀ। ਐਨੇ ਜੇ ਆਪਾਂ ਐਟਮ ਮੰਨੀਏ ਤਾਂ ਉਹਨੂੰ ਆਪਾਂ 1 ਮੋਲ ਕਹਿੰਦੇ ਆ, ਠੀਕ ਹੈ ਨਾ। ਤਾਂ 1 ਮੋਲ ਦਾ ਮਤਲਬ ਹੈ ਕਿ ਉਹਦੇ ਚ ਜਦੋਂ ਆਪਾਂ ਐਟੋਮਿਕ ਲੈਵਲ ਤੇ ਜਾਈਏ, ਜੇ ਓਵਰਆਲ ਆਪਾਂ ਦੇਖੀਏ ਤਾਂ ਭਾਈ ਕਿਲੋ ਦੇ ਵਿੱਚ ਗੱਲ ਕਰ ਲਓ, ਗ੍ਰਾਮ ਚ ਗੱਲ ਕਰ ਲਓ। that is this, that is why this is very important। ਇਹਨੂੰ ਯਾਦ ਰੱਖਣਾ। ਬੜੇ ਬੱਚੇ ਮਾਸ ਦੇ ਵਿੱਚ ਤੇ ਇਹਦੇ ਵਿੱਚ ਕਨਫਿਊਜ਼ਨ ਕਰਦੇ ਆ। ਮਾਸ is not the matter contained, mass is not quantity of matter contained in the body, okay। ਇਹ ਗੱਲ ਨੂੰ ਧਿਆਨ ਚ ਰੱਖਣਾ। ਚਲੋ ਜੀ, ਇੱਥੇ ਆਪਣੇ ਕੋਲੇ ਇੱਕ ਟੌਪਿਕ ਕੰਪਲੀਟ ਹੁੰਦਾ ਹੈ, ਤੇ ਬਾਕੀ ਦੇ ਜਿਹੜਾ ਚੀਜ਼ਾਂ ਨੇ ਬੇਟਾ ਇਹ ਆਪਾਂ ਕਰਦੇ ਆ। ਚਲੋ ਇਹ ਵਾਲੀ ਚੀਜ਼ ਮੈਂ ਮੈਟਰ ਵਾਲੀ ਤੁਹਾਨੂੰ ਸਮਝਾ ਦੇਣਾ, ਬਾਕੀ ਚੀਜ਼ਾਂ ਆਪਾਂ ਕਰਾਂਗੇ ਕੱਲ। ਤਾਂ ਮੈਟਰ ਵਾਲੀ ਜਿਹੜੀ ਚੀਜ਼ ਆਪਾਂ ਹੁਣੇ ਤੈਨੂੰ ਮੈਂ ਦੱਸੀ ਕਿ ਫਰਕ ਹੈ ਦੋਵਾਂ 'ਚ, ਕੀ ਫਰਕ ਹੈ। ਦੇਖੋ ਆਹ ਆਪਣੇ ਕੋਲੇ mg ਆ ਜਾਂਦਾ ਹੈ। ਬੇਸਿਕਲੀ ਦੋ ਆਪਣੇ ਕੋਲੇ ਯੂਨਿਟ ਬਣ ਗਏ, ਇੱਕ ਆਪਣੇ ਕੋਲੇ ਬਣ ਗਿਆ ਮਾਸ ਦਾ ਕੁਆਂਟੀਟੀ ਆ ਗਿਆ, ਇੱਕ ਬਣ ਗਿਆ ਆਪਣੇ ਕੋਲੇ ਮੈਟਰ ਜਿਹੜਾ ਕਿ ਮੋਲ ਆ ਗਿਆ। ਇਹਨਾਂ ਦੇ ਵਿੱਚ ਮੈਂ ਫਰਕ ਸਮਝਾਇਆ ਬੇਟਾ। ਦੇਖੋ ਜਿਹੜਾ ਮਾਸ ਆਪਾਂ ਫਿਜ਼ਿਕਸ ਦੇ ਵਾਸਤੇ ਯੂਜ਼ ਕਰਦੇ ਹਾਂ, ਠੀਕ ਹੈ, ਇਹ ਦੋ ਤਰ੍ਹਾਂ ਦਾ ਹੁੰਦਾ। ਇਹ ਇੱਕ ਨੂੰ ਆਪਾਂ ਕਹਿੰਦੇ ਆ ਗ੍ਰੈਵਿਟੇਸ਼ਨਲ ਮਾਸ, ਤੇ ਇੱਕ ਨੂੰ ਆਪਾਂ ਕਹਿੰਦੇ ਆ ਇਨਰਸ਼ੀਅਲ ਮਾਸ। ਜ਼ਿਆਦਾ ਡਿਟੇਲ ਚ ਪੜਨ ਦੀ ਲੋੜ ਨਹੀਂ ਆਪਾਂ ਨੂੰ, ਬਟ ਇਹ ਦੋਨੋਂ ਹੀ ਮਾਸ ਜਿਹੜੇ ਹੁੰਦੇ ਆ ਇਹ ਫਿਜ਼ਿਕਸ ਦੇ ਵਿੱਚ ਯੂਜ਼ ਹੁੰਦੇ ਆ। ਇੱਕ ਹੁੰਦਾ ਹੈ weight ਨੂੰ ਫਾਈਂਡ ਕਰਨ ਵਾਸਤੇ, ਤੇ ਇੱਕ ਹੁੰਦਾ ਆਪਣੇ ਕੋਲੇ ਗ੍ਰੈਵਿਟੀ ਦੇ ਵਾਸਤੇ। ਮਤਲਬ ਇਹਦਾ ਆਪਣੇ ਕੋਲ ਆਉਂਦਾ ਗ੍ਰੈਵਿਟੀ ਨੂੰ ਫਾਈਂਡ ਕਰਨ ਵਾਸਤੇ, ਤੇ ਇੱਕ ਆਉਂਦਾ ਐਕਸਲਰੇਸ਼ਨ ਵਾਲਾ। F = m × a, ਇੱਕ ਜਗ੍ਹਾ ਤੇ ਆਪਾਂ ਕਰਾਂਗੇ F = mg weight, ਤੇ ਇੱਕ ਕਰਾਂਗੇ F = m × a। ਇਹਨੂੰ F ਨਾਲ ਲਿਖੋ, ਇਹਨੂੰ ਆਪਾਂ ਲਿਖ ਦਿੰਦੇ ਆ weight। ਆ ਚੀਜ਼ ਠੀਕ ਹੈ। ਤਾਂ ਇੱਥੇ ਜਿਹੜਾ ਮਾਸ ਹੁੰਦਾ ਉਹਨੂੰ ਆਪਾਂ ਕਹਿੰਦੇ ਗ੍ਰੈਵਿਟੇਸ਼ਨਲ ਮਾਸ, ਇੱਥੇ ਜਿਹੜਾ ਮਾਸ ਆਉਂਦਾ ਇਹਨੂੰ ਆਪਾਂ ਕਹਿੰਦੇ ਇਨਰਸ਼ੀਅਲ ਮਾਸ। ਲੇਟਰ ਔਨ ਇਹ ਸਾਇੰਟਿਸਟਾਂ ਨੇ ਕੀਤਾ, ਨਿਊਟਨ ਦੇ ਟਾਈਮ ਤੇ ਉਹ ਕ੍ਰੀਏਟ ਕਰੀ ਗਏ ਆਪਦੀਆਂ ਪਰਿਭਾਸ਼ਾਵਾਂ, ਡੈਫੀਨੇਸ਼ਨਾਂ। ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਆ ਦੋਨੋਂ ਚੀਜ਼ਾਂ ਸੇਮ ਹੀ ਹੁੰਦੀਆਂ ਨੇ, ਇਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਦੇ ਆਰ ਦ ਸੇਮ ਵੈਲਿਊਜ਼। ਤਾਂ ਇਹਨਾਂ ਨੇ ਇਹਨਾਂ ਦੋਵਾਂ ਨੂੰ ਬਾਅਦ ਚੋਂ ਕਲੱਬ ਕਰਤਾ, ਤੇ ਇਹ ਬਣ ਗਿਆ ਆਪਣੇ ਕੋਲੇ ਮਾਸ, ਤੇ ਇਹ ਆਪਣੇ ਕੋਲੇ ਬਣ ਗਈ ਮੋਲ, ਕੁਆਂਟੀਟੀ ਆਫ ਮੈਟਰ। ਬਸ ਇੱਥੇ ਆਪਾਂ ਸਿਰਫ ਇੰਨਾ ਹੀ ਯਾਦ ਰੱਖਣਾ, ਇਹ ਤੋਂ ਵੱਧ ਨਹੀਂ ਆਪਾਂ ਨੇ ਦੇਖਣਾ।
ਚਲੋ ਜੀ ਬੇਟਾ ਅੱਜ ਦੇ ਵਾਸਤੇ ਆਪਾਂ ਇੱਥੋਂ ਤੱਕ ਹੀ ਆਪਾਂ ਕਰਾਂਗੇ। ਬੱਚੇ ਅੱਜ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਤੁਸੀਂ ਮੈਨੂੰ। ਸਰ ਨੋ ਸਰ। ਕਿਵੇਂ ਲੱਗੀ ਪੁੱਤ ਅੱਜ ਦੀ ਕਲਾਸ? ਸਰ ਵਧੀਆ ਲੱਗੀ ਸਰ। ਵੇਟ ਅ ਮਿੰਟ, ਮੈਂ ਰਿਕਾਰਡਿੰਗ ਆਫ